उतार दिया गया। मुबैना तौर पर तशद्दुद का ये वाकया मनावा के इलाका लखुडेर में पेश आया, जहां पर बच्ची के वालिदैन ने इल्जाम आयद किया है कि ससुरालियों ने ज़ैनब को वहशियाना तशद्दुद के बाद गले में फंदा डाल के मौत के घाट उतारा। पुलिस ने इस कत्ल का मुकदमा भी दर्ज कर लिया, जिसमें दुल्हा और उसकी मां को गिरफ्तार भी कर लिया गया है। असल में सूरत हाल है क्या, ये जानने के लिए रुख करते हैं सबसे पहले बच्ची के वालिद और इस मुकदमा के मुद्दई की जानिब। नाज़रीन, इस वक्त हम मौजूद हैं मनावा के इलाका लखुडेर में, जहां पर ससुरालियों ने मुबैना तौर पर तशद्दुद करके एक जो जमा साला खातून है उसे मौत के घाट उतार दिया। उसके घर में मौजूद हैं। वालिद की मुद्दयत में पुलिस की जानिब से मुकदमा दर्ज कर लिया गया है और जो शौहर था मकतूला का, उसे और उसकी सास को गिरफ्तार भी कर लिया गया है। असल में ये वाक़या हुआ कैसे, क्यों तशद्दुद किया गया, आखिर क्यों कत्ल किया गया ज़ैनब का, ये तमाम तफसीलात उनके वालिद की ही जुबानी जान लेते हैं। बड़ा अफसोसनाक वाक़या है, बड़ा अफसोस होया जी। कदों शादी की थी तुसी? आज तो तकरीबन 2.5 साल पहले। 2.5 साल? 2.5 साल। एक बेटा है ਉਹਦਾ। अच्छा, 2.5 साल पहले किहदे नाल शादी की थी? गुलाम अब्बास। गुलाम अब्बास ਤੁਹਾਡਾ ਕੋਈ ਰਿਸ਼ਤੇਦਾਰ ਹੀ? मेरा भतीजा, सका भतीजा है। सगे भतीजे ਨਾਲ? ਬਿਲਕੁਲ ਨਾਲ ਦਾ ਘਰ ਹੈ। हाँ जी, दीवार सामने नहीं साली घर। ਅੱਛਾ, ਤੇ ਫਿਰ ਕੀ ਹੋਇਆ ਜਦੋਂ ਸ਼ਾਦੀ ਕੀਤੀ? ਉਸ ਤੋਂ ਬਾਅਦ ਕੀ ਹਾਲਾਤ ਕਿਹੋ ਜਿਹੇ ਹੋ ਗਏ? शादी ਤੇ ਮੇਰੇ ਘਰ ਜਦੋਂ ਆਇਆ ਸੀ, ਮਾਂ ਉਹਦੀ ਆਈ ਸੀ ਤੇ ਨਾਲ ਉਹਦਾ ਦਾਦਾ ਨਾਨਾ ਮੁੰਡੇ ਦਾ, ਤੇ ਉਹ ਆਏ ਤੇ ਮੇਰੇ ਘਰ ਆਣ ਕੇ ਮੇਰੇ ਝੋਲੀ ਖਿਲਾ ਦਿੱਤੀ। ਬਹੁਤ ਨੂੰ ਖੁਦਾ ਦਾ ਵਾਸਤਾ ਸਾਨੂੰ ਖਾਲੀ ਨਾ ਮੋੜੀ, ਸਾਨੂੰ ਧੀ ਦੇ ਦੇ। ਠੀਕ ਹੈ। ਤੇ ਮੈਂ ਅੱਛਾ, ਅੱਲਾ ਬਿਹਤਰ ਕਰੇਗਾ। ਮੇਰੀ ਧੀ ਤੇ ਹਾਲੇ 8ਵੀਂ ਤੋਂ ਪੜ੍ਹਦੀ ਸੀ ਤੇ ਮੈਂ ਹਾਲੇ ਨਹੀਂ ਇਹ ਕੰਮ ਕਦਮ ਚੁੱਕਣਾ, ਤੇ ਤੁਸੀਂ ਹਾਲੇ ਸਾਡੀ ਮਿਹਰਬਾਨੀ ਦੀ ਚਲੋ ਤੁਹਾਨੂੰ ਤੇ ਸਾਨੂੰ ਮੈਂ ਹਾਂ ਕਰ ਦੇਣਾ, ਲੇਕਿਨ ਮੈਂ ਹਾਲੇ ਸ਼ਾਦੀ ਨਹੀਂ ਕਰਨੀ ਹੈਗੀ। ਅੱਛਾ। ਤੇ ਉਹ ਇਸ ਤੋਂ ਬਾਅਦ ਜਿਸਲੇ ਮੈਂ ਹਾਂ ਕਰ ਲਈ ਤੇ ਥੋੜੇ ਦਿਨ ਮਹੀਨਾ 2 ਮਹੀਨੇ ਲੰਘੇ ਨੇ। ਉਹਨਾਂ ਕਹਿੰਦੇ ਮੇਰਾ ਪੁੱਤਰ ਦਾ ਗੁਜ਼ਾਰਾ ਨਹੀਂ ਹੁੰਦਾ ਤੇ ਰਾਤ ਰੋਂਦਾ ਰਹਿੰਦਾ, ਤੇ ਤੂੰ ਸਾਨੂੰ ਦਿਨ ਦੇ ਦੇ, ਤੂੰ ਸਾਨੂੰ ਕੋਈ ਸ਼ੈ ਵੀ ਨਾ ਦੇ, ਸਿਰਫ ਸਾਨੂੰ ਤੂੰ ਕੁੜੀ ਦੇ ਦੇ। ਅੱਛਾ। ਤੇ ਨਾ ਤੇ ਤੈਨੂੰ ਉਹਦੇ ਪੜ੍ਹਾਈ ਦਾ ਸਕੂਲ ਦਾ ਜਿਹੜਾ ਤੂੰ ਉਹਨੇ ਉਸ ਵੇਲੇ ਪੇਪਰ ਉਹਦੇ ਹੋਣੇ ਸਨ ਨਵੀਂ ਨੇ। ਅੱਛਾ। ਤੇ ਤੈਨੂੰ ਇਹਦਾ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਮੈਂ ਮੇਰੀ ਮਾਂ ਬਣ ਕੇ ਤੇ ਇਹਨੂੰ ਪਾਲਾਂਗੀ ਤੇ ਮੈਂ ਇਹਦੇ ਪੇਪਰ ਵੀ ਕਰਾਵਾਂਗੀ ਤੇ ਮੈਂ ਇਹਨੂੰ ਪੂਰਾ ਪੜ੍ਹਾਵਾਂਗੀ, ਜਿੰਨਾ ਇਹਦਾ ਜੀ ਕਰੇਗਾ ਇਹ ਮੇਰੇ ਘਰ ਪੜ੍ਹੇਗੀ। ਤੂੰ ਸਮਝ, ਮੈਂ ਇਹ ਤੇਰੇ ਘਰ ਹੀ। ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਜਿਸਨੇ ਸ਼ਾਦੀ ਕਰ ਦਿੱਤੀ ਗਈ ਤੇ ਉਹ ਨਵੀਂ ਅੱਖਾਂ ਹੀ ਹੋਰ ਹੋ ਗਈਆਂ। 2.5 ਸਾਲ ਪਹਿਲੇ ਜਦੋਂ ਸ਼ਾਦੀ ਕੀਤੀ। ਅੱਛਾ, ਕੀ ਇਹ ਹੁਣ ਆਣ ਕੇ 5-6 ਮਹੀਨੇ ਹੋ ਗਏ ਨੇ ਇਸ ਤੇ ਆਣ ਕੇ ਬਹੁਤ ਤਸ਼ੱਦਦ ਮੇਰੀ ਧੀ ਨਾਲ, ਮੇਰੀ ਮਾਂ ਨਾਲ, ਮੁੰਡੇ ਦੀ ਨਾ, ਉਹ ਤੇ ਜ਼ੁਲਮ ਕਰਦੀ ਸੀ ਤੇ ਮਾਰਦੀ ਕੋਈ ਘਰ ਤੇ ਰਹਿੰਦੀ ਸਾਰੀ ਜਿਹੜੀ ਉਹੀ ਸੀ ਨਾ। ਤੁਹਾਡੇ ਭਰਾ ਦਾ ਘਰ ਹੈ? ਮੇਰੇ ਸਕੇ ਭਰਾ ਦਾ। ਮੇਰੇ ਤੋਂ ਨਹੀਂ ਭਰਾ ਫੌਤ ਹੋ ਗਿਆ। ਉਹਨਾਂ ਦੀ ਫੌਤਗੀ ਤੋਂ ਬਾਅਦ ਸ਼ਾਦੀ ਕੀਤੀ? ਹਾਂ, ਹੁਣ ਸ਼ਾਦੀ ਕੀਤੀ। ਉਹ ਬਹੁਤ ਹੋਇਆ ਨੇ, ਮੇਰਾ 4 ਮਾਂ ਦੇ ਦੀ ਹੋ ਗਈ ਹੈ। ਅੱਛਾ। ਤੇ 10-15 ਸਾਲ ਹੋ ਗਏ। ਅੱਛਾ। ਠੀਕ ਹੈ। ਤੇ ਉਹ ਹੁਣ ਆਣ ਕੇ ਨਾ ਮੁੰਡੇ ਦਾ ਗੁਲਾਮ ਅब्बास। गुलाम अब्बास ने शादी की थी। ठीक है। 6 महीने पहले तशद्दुद करना शुरू बहुत ज्यादा ही फिर करना शुरू करता। क्यों? गल्ला च मैनू पहले तो भेजदा कोई ना किया, ते मैंने फिर जिन्ना माड़ा गाला हैगा सा ना, मैं जिन्ना भी दे सकदा सा ना उन्होंने मैं जेज दे दिता। जेज दा मुतालबा करदे? हाँ जी। अच्छा। ਤੇ ਜਿੰਨਾ ਕਿ ਮੇਰੇ ਕੋਲ ਹੋ ਸਕਿਆ ਮੈਂ ਮਾਰੇ ਦਾਵੇ ਦਾ ਉਹਨਾਂ को नहीं ਦਿੱਤਾ, ਫਰਨੀਚਰ ਬਣਾ ਕੇ ਜੋ ਵੀ ਉਹਨਾਂ ਨੂੰ ਨਿੱਕਾ ਛੋਟਾ ਮੈਂ ਦੇ ਦਿੱਤਾ ਹੈ। ਤੇ ਹੁਣ ਆਣ ਕੇ ਤੇ ਫਿਰ 6 ਮਹੀਨੇ ਤੋਂ ਉਹਨਾਂ ਨੇ ਬਹੁਤਾ ਉਹਨੂੰ ਮਿਹਨੇ ਮਾਰਦੇ ਸਨ, 700 ਦੀ ਮਿਹਨੇ ਮਾਰਦੀ ਸੀ, ਤੂੰ ਲੈ ਕੇ ਕੀ ਆਈ ਹੈ, ਤੂੰ ਫਲਾਣ ਤੇ ਤੂੰ ਜਿਸ ਤਰ੍ਹਾਂ ਦੁਨੀਆ ਕਰਦੀ ਤੁਹਾਨੂੰ ਪਤਾ ਹੈ। ਤੇ ਰੋਜ਼ਿਆਂ ਦੇ ਪਿਛਲੇ ਜਿਹੜੇ ਰੋਜ਼ੇ ਜਾਂਦੇ ਨੇ ਉਹ 22ਵੇਂ ਰੋਜ਼ੇ ਉਹਨੇ 22ਵੇਂ ਰੋਜ਼ੇ ਕੇ 28ਵੇਂ ਰੋਜ਼ੇ ਉਹਨੇ ਕਿਤਾਬ ਤੇ ਬਹਿਣਾ ਸੀ ਨਹੀਂ ਉਹਦੀ ਸੱਸ ਨੇ। ਅੱਛਾ। ਤੇ ਮਾਰਿਆ ਸੀ ਮੇਰੀ ਧੀ ਨੂੰ। ਅੱਛਾ। ਤਸ਼ੱਦਦ ਕੀਤਾ ਸੀ ਉਹਦੇ ਤੇ। ਉਸ ਤੋਂ ਬਾਅਦ ਫਿਰ ਪੁੱਤਰ ਦਾ ਆਇਆ ਕੰਮ। ਇਹ ਬੱਚੀ ਦੱਸਦੀ ਸੀ ਆ ਕੇ ਤੁਹਾਨੂੰ ਘਰ ਦੱਸਦੀ? ਹਾਂ, ਮੇਰੀ ਬੇਟੀ ਨੂੰ ਇਤਲਾਹ ਦਿੰਦੀ ਸੀ। ਅੱਛਾ।
ਫਿਰ ਤੇ ਉਹ ਆਈ ਜਾਂਦੇ ਸੀ ਮੈਂ ਬੜਾ ਘੱਟ ਜਾਂਦਾ ਸੀ ਲੇਕਿਨ ਮੈਂ ਉਹਦੇ ਕਿਹਾ ਸੀ ਨਾ ਜਰਾ ਗੱਲ ਹੈ ਕਿ ਤੂੰ ਚਲਾ ਜਾਇਆ ਕਰਨਾ ਕਿ ਉਹਨੇ ਫਿਰ 28 ਰੋਜ਼ੇ ਮਾਰਿਆ ਉਹਨੂੰ ਫਿਰ ਪੁੱਤਰ ਆਇਆ ਉਹਨੇ ਵੀ ਉਹਦੇ ਵੀ ਸ਼ਿਕਾਇਤ ਨਾਲ ਫਿਰ ਉਹਨੂੰ ਵੀ ਮਾਰਿਆ ਉਸ ਤੋਂ ਬਾਅਦ ਕਿਉਂ ਮਾਰਿਆ ਉਦੋਂ ਇਹਨੇ ਮੁਤਾਲਬਾ ਇਹਦੀ ਸੱਸ ਨੇ ਇਹ ਕੀਤਾ ਸੀ ਕਿ ਤੁਹਾਨੂੰ ਸਿਲਾਈ ਮਸ਼ੀਨ ਦੇ ਲੈ ਕੇ ਅੱਛਾ ਉਹ ਸਿਲਾਈ ਮਸ਼ੀਨ ਉਦੋਂ ਰੋਜ਼ੇ ਸਨ ਤੇ ਮੇਰਾ ਕੰਮ ਬਿਲਕੁਲ ਹੀ ਬੰਦ ਸੀ ਕਿਸ ਚੀਜ਼ ਦਾ ਕੰਮ ਕਰ ਮੈਂ ਮਜ਼ਦੂਰੀ ਕਰਨਾ ਬੇਲਚੇ ਦਾ ਕੰਮ ਮੈਂ ਕਰਨਾ था ਤੇ ਮੇਰਾ ਕੰਮ ਬਿਲਕੁਲ ਹੀ ਬੰਦ ਸੀ ਤੇ ਉਹ ਕੁਝ ਨਹੀਂ ਕਰਦਾ ਸੀ ਬੰਦਾ ਉਹ ਹੋਂਡਾ ਫੈਕਟਰੀ ਦੇ ਵਿੱਚ ਲੱਗਾ ਉਹ ਮੁੰਡਾ ਦੇ ਕੋਲ ਚੰਗਾ ਭਲਾ ਕਮਾਈ ਕਰਦਾ ਪਿਆ ਹੈ ਹਾਂਜੀ ਤੇ ਫਿਰ ਕਿਉਂ ਮੰਗਦੇ ਸੀ ਤੇ ਉਹ ਉਹਦੀ ਮਾਂ ਦਾ ਮਤਾਲਬਾ ਸੀ ਨਾ ਮਾਂ ਉਹਦੀ ਇਸ ਤਰ੍ਹਾਂ ਜ਼ੁਲਮ ਕਰਦੀ ਸੀ ਯਾਨੀ ਘਰ ਬੈਠੀ ਨੂੰ ਮਿਹਨਤ ਇਹਨੇ ਦਿੰਦੀ ਰਹਿੰਦੀ ਸੀ ਠੀਕ ਹੈ ਕਿ ਲੈ ਕੇ ਨਹੀਂ ਆਇਆ ਹਾਂ ਲੈ ਕੇ ਤੂੰ ਕੰਗਣੀ ਜੀ ਲੈ ਕੇ ਉਸ ਨਹੀਂ ਆਈ ਤੇ ਉਹ ਉਹਨੂੰ ਮਾਰਦੀ ਸੀ ਤੇ ਜਿਹੜੀਆਂ ਉਹਦੀਆਂ ਧੀਆਂ ਸਨ ਉਹ ਵੀ ਉਹਨਾਂ ਨਾਲ ਇਹ ਕੰਮ ਕਰਦੀਆਂ ਸਨ ਲੇਕਿਨ ਸਾਨੂੰ ਜ਼ਿਆਦਾਤਰ ਇਹਦੇ ਨਾਲ ਇਹ ਮਾਂ ਸੀ ਸਰਬਰਾਹ ਹੀ ਕਰਦੀ ਹੈ ਨਾ ਤੇ ਇਹਨੇ ਕਿਉਂ ਇਹ ਕਰਦੀ ਉਹਦੇ ਨਾਲ ਅੱਛਾ ਕਿਉਂ ਇਹ ਨਹੀਂ ਕਰਨਾ ਚਾਹੀਦਾ ਚਲੋ 28 ਤਰੀਕ ਨੂੰ ਜਦੋਂ ਤੁਹਾਨੂੰ ਲਾਸਟ ਮਤਲਬ ਲੜਾਈ ਦਾ ਪਤਾ ਲੱਗਾ ਮੈਂ ਮੁਤਾਲਬਾ ਕੀਤਾ ਸੀ ਤੇ ਮੈਂ ਨਹੀਂ ਦੇਖ ਸਕਦਾ ਹਾਲੇ ਮੇਰੇ ਕੋਲ ਬਿਲਕੁਲ ਹੀ ਗੁੰਜਾਇਸ਼ ਨਹੀਂ ਸੀ ਉਦੋਂ ਘਰ ਦਾ ਮੇਰੇ ਕੋਲ ਖਰਚਾ ਵੀ ਨਹੀਂ ਸੀ ਚੱਲਦਾ ਪਿਆ ਮੈਂ ਇੰਨਾ ਕੁ ਮਜਬੂਰ ਹੋ ਚੁੱਕਾ ਸੀ ਘਰ ਦੇ ਹਾਲਾਤਾਂ ਤੋਂ ਆਪਣੇ ਪਰੇਸ਼ਾਨੀ ਸੀ ਮੈਨੂੰ ਤੇ ਮੈਂ ਕਿਹਾ ਚਾਹੀਦਾ ਮੈਨੂੰ ਵੀ ਕੰਮ ਚੱਲਣਗੇ ਨਾ ਤੇ ਫਿਰ ਉਹਨੂੰ ਮੈਂ ਕੁਝ ਕਰ ਦੇਣਾ ਉਹ ਮੇਰੇ ਮਾਂ ਉਹਦੇ ਹਾਲਾਤ ਚੱਲੇ ਮੈਂ ਨਾ ਦੇ ਸਕੀ ਇੱਕ ਦੋ ਦਾਇਆ ਤਾਂ ਮੈਂ ਪੁੱਛਤਾ ਨਾ ਬੱਚਿਆਂ ਨੇ ਕਿਹਾ ਸਾਡੇ ਕੋਲ ਛੋਟੀਆਂ ਛਾਵਾਂ ਨਹੀਂ ਹੈਗੀਆਂ ਤੇ ਅਸੀਂ ਵੱਡੀਆਂ ਰੱਖੀਆਂ ਹੋਈਆਂ ਨੇ ਮੋਟਰਸਾਈਕਲਾਂ ਦਾ ਹਾਂਜੀ ਹਾਂਜੀ ਤੇ ਮੈਂ ਦੋ ਮੇਰੇ ਵਾਕਾ ਦੇ ਉਹਨਾਂ ਨੂੰ ਪੁੱਛਿਆ ਦੋਵਾਂ ਤੇ ਨਹੀਂ ਅੱਛਾ ਉਹ ਉਸ ਤੋਂ ਬਾਅਦ ਫਿਰ ਮੈਂ ਮੇਰੀ ਪੁੱਤੀ ਨੇ ਕਾਗਜ਼ ਤੇ ਨਹੀਂ ਛੁੱਟਿਆ ਜਨ ਬੇਗਮ ਨੇ ਫੜਿਆ ਉਹ ਤੇ ਲਿਖਿਆ ਸੀ ਤੇ ਮੈਨੂੰ ਨਾਂ ਦਿੱਤਾ ਤੇ ਮੈਨੂੰ ਐ ਸਫੇ ਦੇ ਵਿੱਚ ਮੇਰਾ ਬਹੁਤ ਜ਼ੁਲਮ ਕਰਦੇ ਪਏ ਨੇ ਨਾਲੇ ਮਾਰਦੇ ਨੇ ਸਿਲਾਈ ਮਸ਼ੀਨ ਦੀ ਵਜ੍ਹਾ ਹਾਂ ਸਿਲਾਈ ਮਸ਼ੀਨ ਇਹ ਕਦੋਂ ਸੁੱਟਿਆ ਕਾਗਜ਼ ਇਹ ਜਿਸ ਨੂੰ ਮਰਨ ਦੀ ਹੈ ਨਾ ਤੇ ਇਸ ਨੂੰ ਹਫਤਾ ਪਹਿਲਾਂ ਹੀ ਪਿਆ ਕਾਗਜ਼ ਸਾਡਾ ਤੇ ਉਹਨੇ ਕਿਹਾ ਸੀ ਨਹੀਂ ਜਾਇਆ ਘਰ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਮੈਨੂੰ ਮੋੜਾ ਮਾਰਨੀ ਉਹ ਨਾਲ ਇਹ ਵੀ ਮੈਂ ਕਹਿ ਰਹੇ ਸੀ ਇਹਨੂੰ ਉਹ ਯਾਨੀ ਡਰਦੀ ਸੋਚ ਨਹੀਂ ਤੇ ਤੁਸੀਂ ਜਾਂਦੇ ਨਹੀਂ ਸੀ ਜਦੋਂ ਤੁਹਾਨੂੰ ਪਤਾ ਲੱਗਦਾ ਸੀ ਮੈਂ ਤੇ ਘੱਟ ਜਾਂਦਾ ਸਾਨੂੰ ਰਹਿਣ ਵੀ ਨਹੀਂ ਆਈ ਬੇਟੀ ਨਾਰਾਜ਼ ਹੋ ਕੇ ਆਉਂਦੀ ਸੀ ਰਾਤ ਨਹੀਂ ਸੀ ਨਾ ਰਹਿੰਦੀ ਦਿਨੇ ਆਉਂਦੀ ਸੀ ਤੇ ਰਾਤ ਨੂੰ ਆਉਣਾ ਮੁੰਡੇ ਨੇ ਤੇ ਉਹਨੂੰ ਲੈ ਜਾਣਾ ਯਾਨੀ ਬੱਚਾ ਵੀ ਸੀ ਨਾ ਜਦੋਂ ਦਾ ਤੇ ਬੱਚੇ ਨੂੰ ਵੀ ਉਹਨਾਂ ਸਾਰੀ ਦਿਹਾੜੀ ਉਹਨੇ ਲੈ ਜਾਣਾ ਉਹ ਕੱਲੀ ਆ ਗਈ ਹੈ ਜੇ ਆਉਂਦੀ ਸੀ ਤੇ ਨਾਲ ਉਹਦੇ ਨਾਲ ਉਹਦੀ ਮੁੰਡੇ ਦੀਆਂ ਭੈਣਾਂ ਹੁੰਦੀਆਂ ਸਨ ਯਾਨੀ ਉਹ ਬੈਠੀਆਂ ਨੇ ਤੇ ਇਹ ਘਰ ਦੀ ਕੋਈ ਗੱਲ ਸਾਡੀ ਘਰ ਦੀ ਨਾ ਕਰੇ ਇਹਨਾਂ ਨੂੰ ਫੇਰ ਕੀ ਹੋਇਆ ਉਸ ਤੋਂ ਬਾਅਦ ਫਿਰ ਮੈਂ 2 ਦਿਨ ਹੋਏ ਨੇ ਇਹ ਵਕੂਏ ਤੋਂ ਪਹਿਲੇ 2 ਦਿਨ ਹੋਏ ਨੇ ਪਹਿਲੇ ਤੇ ਮੈਂ ਕੰਮ ਤੋਂ ਆਇਆ 5 ਦਾ ਟਾਈਮ ਸੀ ਤੇ ਮੈਂ ਖਲੋਤਾ ਆਇਆ ਕੰਮ ਤੋਂ ਤੇ ਮੈਂ ਬਾਹਰ ਖਲੋਤਾ ਬੂਹੇ ਤੇ ਮੈਂ ਹੋਏ ਕੰਮ ਤੇ ਨਹੀਂ ਕੱਲ ਵੀ ਮੈਂ ਤੈਨੂੰ ਵੇਖਿਆ ਸੀ ਇੱਥੇ ਤੇ ਅੱਜ ਵੀ ਨਹੀਂ ਕੋਈ ਕੰਮ ਤੇ ਗਿਆ ਖੈਰ ਦਿਮਾਗ ਨੂੰ ਆਪਣਾ ਮੈਨੂੰ ਗਲਾਮ ਬਾਤ ਨੂੰ ਤੇ ਆਂਦਾ ਚਾਚੂ ਗਰਮੀ ਬੜੀ ਪੈਣ ਡਈ ਸੀ ਤੇ ਮੈਂ ਉੱਥੇ ਛੁੱਟੀਆਂ ਲਈਆਂ ਤੇ ਅਗਲੇ ਦਿਨ ਮੇਰੀ ਧੀ ਮਾਰ ਉਹ ਪਿੰਡ ਮਾਰਿਆ ਉਹ ਥੋੜਾ ਦੱਸੋ 1 ਵਜੇ ਤੱਕ ਘਰ ਆਇਆ ਸੀ ਰੋਟੀ ਖਾਣ ਲਈ ਕੰਮ ਤੋਂ ਛੁੱਟੀ ਕਰਕੇ ਆਇਆ ਸੀ ਤੇ ਮੇਰੀ ਬੇਗਮ ਨੂੰ ਉਹਦੀ ਭੈਣ ਸੱਦਣ ਆਈ ਭੈਣ ਛੋਟੀ ਕੁੜੀ ਘਰ ਆ ਜਰਾ ਤੇ ਅਮੀ ਮੇਰੇ ਤੁਹਾਨੂੰ ਸਾਦੀ ਗਈ ਅੱਛਾ ਇਹ ਤਾਂ ਹੁਣ ਅਸਲ ਹਕੀਕਤ ਤੇ ਫਿਰ ਬੇਗਮ ਮੇਰੀ ਤੁਹਾਨੂੰ ਦੱਸੇਗੀ ਨਾ ਤੇ ਤੁਹਾਨੂੰ ਜੋ ਪਤਾ ਲੱਗਾ ਉਹ ਫਿਰ ਉਹਨੇ ਸੱਦੀ ਉਹ ਗਈ ਉਧਰ ਤੇ ਉਹ ਦੱਸਦੀ ਵੀ ਮੈਂ ਗਈ ਉਹਨਾਂ ਪੁੱਛਿਆ ਕੀ ਗੱਲ ਨੇ ਇਹ ਸਾਨੂੰ ਨਹੀਂ ਪਤਾ ਤੇ ਇੱਕ ਕੁੜੀ ਬੈਠੀ ਥੱਲੇ ਮਾਂ ਦੇ ਨਾਲ ਤੇ ਮਾਂ ਬੈਠੀ ਤੇ ਮੁੰਡਾ ਬੈਠਾ ਕੰਮ ਕਰਨ ਡਿਆ ਤੇ ਉਹ ਆਂਦੀ ਤੇਰੀ ਗੁਨਾਹ ਤੇ ਕੁੜੀ ਨੂੰ ਤੇ ਉਹ ਥੱਲੇ ਨਹੀਂ ਆਉਂਦੀ ਕੰਮ ਕਿਸ ਚੀਜ਼ ਦਾ ਕਰਨ ਦਿਆ ਮੁੰਡਾ ਕੰਮ ਪੱਖੇ ਨੂੰ ਗੁਲਾਮਬਾਦ ਅੰਦਰ ਆਏ ਖੋਲਰ ਦਾ ਕੋਈ ਆਂਦਾ ਨਹੀਂ ਮੈਨੂੰ ਤਾਂ ਮੈਂ ਤਾਂ ਵੇਖਿਆ ਨਹੀਂ ਇਹਨੂੰ ਕੰਮ ਕਰਨਾ ਠੀਕ ਹੈ ਥੱਲੇ ਨਹੀਂ ਆ ਰਹੀ ਇਹਨਾਂ ਨੇ ਕਿਹਾ ਆਹੋ ਇਹਨਾਂ ਦੇ ਥੱਲੇ ਨਹੀਂ ਆ ਰਹੀ ਤੇ ਇਹ ਫਿਰ ਜਾ ਕੇ ਨੇ ਬੇਗਮ ਨੇ ਬੂਹਾ ਖੜਕਾਇਆ ਤੇ 20 ਮਿੰਟ ਬੂਹਾ ਖੜਕਾਉਂਦੀ ਰਹੀ ਹੁਣ ਇਹਦੀ ਕੋਈ ਸਾਹ ਹੁੰਦਾ ਤੇ ਵਿਚਾਰੀ ਬੋਲਦੀ ਨਾ ਤੇ ਫਿਰ ਆਪਣੀ ਥੋੜੀ ਥੱਲੇ ਆ ਗਈ ਗਰਮੀ ਸੀ ਕੰਮ ਖੁਸ਼ ਹੋ ਗਿਆ
ਫਿਰ ਦੂਸਰੀ ਵਾਰੀ ਫਿਰ ਉਹਨਾਂ ਨੂੰ ਥੱਲੇ ਆਣ ਕੇ ਪੁੱਛ ਵੀ ਕੋਈ ਗੱਲਬਾਤ ਤੁਹਾਡੀ ਹੋਈ ਹੈ, ਉਹਨਾਂ ਨੂੰ ਕੋਈ ਗੁੱਸੇ ਨਾਲ ਵੀ ਲੜਾਈ ਝਗੜਾ ਕੋਈ ਹੋਇਆ? ਨਹੀਂ ਨਹੀਂ ਸਾਡੇ ਨਾਲ ਕੋਈ ਨਹੀਂ, ਸਾਡੇ ਨਾਲ ਤਾਂ ਹੋਣਾ ਨਹੀਂ, ਤੇ ਸਾਡੇ ਨਾਲ ਚੰਗੀ ਭਲੀ ਸੀ, ਉਹ ਕਰਦੇ ਉਹ ਫਿਰ ਚਲੀ ਗਈ ਉੱਤੇ ਜਾ ਕੇ। ਫਿਰ ਉਹਨੂੰ ਇਹਨੇ ਦੌਰਾਨ ਦੇ ਵਿੱਚ ਆਵਾਜ਼ ਕਿਸੇ ਤੋਂ ਅਜ਼ਾਨ ਦੀ ਆਈ ਹੈ, ਦੇਖ ਮੇਰੀ ਨਿੰਦਰਾ ਉਹਨੂੰ ਆਂਦੀ ਤੈਨੂੰ ਅੱਲਾ ਦੇ ਰਸੂਲ ਦਾ ਵਾਸਤਾ ਅਜ਼ਾਨ ਹੁੰਦੀ ਕਿ ਦੁਆ ਖੋਲ ਦੇ ਜੇ ਮੇਰੇ ਧੀ। ਇਹਨੇ ਕੋਈ ਗੱਲਾਂ ਕਰਦੀ ਸੀ ਤੇ ਉਧਰੋਂ ਥੱਲੇ ਮੁੰਡਾ ਆ ਗਿਆ, ਚਲਿਆ ਗਿਆ ਥੱਲੇ। ਉਹਨੂੰ ਜਾ ਕੇ ਨਾ ਤੇ ਆਪ ਹੀ ਕਹਿੰਦਾ ਰਿਹਾ ਇਹ ਤੁਸੀਂ ਇਹਨੂੰ ਇੱਥੇ ਤਾਂ ਨਹੀਂ ਵੇਖੋ, ਹਾਂ ਬੁਰੇ ਲਿਖਾ ਨਹੀਂ ਵੇਖੋ। ਉਹ ਥੱਲੇ ਨੂੰ ਵੇਖ ਨਹੀਂ ਇੱਥੇ ਥੱਲੇ ਨਹੀਂ ਬਣੇਗਾ, ਕੁਛ ਨਹੀਂ ਸੀ ਆਉਣ ਲਿਆ। ਉਹਨੇ ਆਪੇ ਹੀ ਕਿਤੇ ਪਤਾ ਨਹੀਂ ਹੁਣ ਮੈਂ ਵੀ ਦੱਸਦੇ ਰਹੇ ਕਿ 3 ਲੱਖ ਲਿਆ ਬਰੀਕ ਜਾਲੀ ਲੱਗੀ ਉਹਨਾਂ ਨੂੰ ਤੇ ਜਾਲੀ ਪਰਾਂ ਢਾਈਏ ਤੇ ਉੱਥੇ ਉਹਨਾਂ ਨੂੰ ਕਹਿੰਦਾ ਉਹ ਲੈ ਇਹ ਕੀ ਹੋ ਗਿਆ? ਉਹ ਪਾਗਲ ਦਾ ਪੁੱਤਰਾ, ਬੇਗਮ ਤੇਰੀ ਫਾਂਸੀ ਲਈ ਹੈ ਕਿ ਤੂੰ ਸਾਨੂੰ ਇਸ ਨਾਲ ਜਿਸੇ ਨੇ ਇੰਨੀ ਗੱਲ ਕੀਤੀ ਬੇਗਮ ਮੇਰੀ ਬੇਹੋਸ਼ ਹੋਈ, ਉਹਨੂੰ ਤਾਂ ਹਵਾਸ ਹੋ ਕਿਉਂ ਪਾਉਂਦੇ ਤੇ ਬੇਗਮ ਮੇਰੀ ਨਿਭਾਲ ਹੋ ਗਈ ਤੇ ਉਹਨੂੰ ਹੁਣ ਕੀ ਪਤਾ। ਉਸ ਵੇਲੇ ਫਿਰ ਸੁਣਿਆ ਨਾ ਕਟਰ ਦੇ ਨਾਲ ਬੂਆ ਕੱਟਿਆ ਜੀ, ਕੁੰਡੀ ਖੋਲੀ ਤੇ ਕਾਉਣ ਬਾਹਰ ਖਲਿਆ ਤੇ ਉਹ ਕਦੀ ਕਹੇ ਤੇ ਕਦੇ ਨਹੀਂ ਇਹਦੇ ਸਾਹ ਹੈਗੇ ਨੇ, ਨਹੀਂ ਇਹਦੇ ਸਾਹ ਮੁੱਕ ਗਏ ਨੇ। ਹੁਣ ਮਾਂ ਸੀ ਮੇਰੀ ਬੇਗਮ, ਮੇਰੀ ਬੇਗਮ ਹੈ ਜੀ, ਤੇ ਉਹਨੂੰ ਤਾਂ ਪਾਗਲ ਕਾ ਹੋ ਗਈ ਮੇਰੀ ਤੇ ਉਹਨੂੰ ਗਲੇ ਲਾ ਲਿਆ ਉਹਨੇ ਜਾ ਕੇ ਕਿ ਧੀਏ ਬੋਲ ਪੋ, ਧੀਏ ਬੋਲ ਪੋ ਜੀ ਤੇਰੇ ਚ ਸਾਹ ਹੈਗੇ ਨੇ ਤੇ ਅਸੀਂ ਨਹੀਂ ਇਹਦੇ ਸਾਹ ਹੈਗੇ, ਦਵਾ ਦਾ ਤੋਂ ਇਹਨੂੰ ਫੜ ਕੇ ਜੱਫਾ ਮਾਰ ਤੂੰ ਤੇ ਅਸੀਂ ਕਰਨਾ ਖਿਲਾ ਦਿੰਦੇ। ਉਹ ਉਹਨੂੰ ਫੜਾ ਖੋਲ ਕੇ ਆਪ ਤੇ ਗੋਲਣ ਲਿਆ ਉਹਨੇ ਤੇ ਜੀ ਇਹ ਗਲੇ ਦੀ ਨਾਲ ਹੈ ਤੇ ਜਦ ਕੇ ਰਿਪੋਰਟ ਦੇ ਵਿੱਚ ਉਹਨਾਂ ਦੱਸਿਆ ਕਿ ਇਹਦਾ ਗਲਾ ਦਬਾ ਕੇ ਨਹੀਂ। ਠੀਕ ਹੈ, ਮਤਲਬ ਇਹ ਤੇ ਫੰਦਾ ਲੱਗਾ ਹੋਇਆ ਤੁਹਾਡੀ ਵੇ ਸਿਰਫ ਤੇ ਬੈਠ ਦੇ ਅੰਦਰ ਲੱਗੇ ਨੇ ਤੇ ਦਰਵਾਜ਼ਾ ਅੰਦਰੋਂ ਬੰਦ ਸੀ, ਦਰਵਾਜ਼ਾ ਅੰਦਰੋਂ ਬੰਦ ਸੀ। ਤੇ ਫਿਰ ਇਹਦਾ ਕੀ ਮਤਲਬ ਹੋਇਆ? ਮਤਲਬ ਇਹ ਤੇ ਹੁਣ ਅੱਲਾ ਜਾਣਦਾ ਜਾਂ ਉਹ ਜਾਣਦੇ ਨੇ ਜਿੰਨਾ ਉਹਦੇ ਨਾਲ ਕੀਤਾ। ਮੈਂ ਕੋਈ ਹੋਰ ਰਸਤਾ ਹੈ ਨਿਕਲਣ ਦਾ? ਨਹੀਂ, ਕੋਈ ਹੋਰ ਰਸਤਾ ਵੀ ਨਹੀਂ ਸੀ। ਦਰਵਾਜ਼ਾ ਅੰਦਰੋਂ ਬੰਦ ਹੋ ਸਕਦਾ? ਕਿਹੜੀ ਚਾਬੀ ਵਾਲਾ ਦਰਵਾਜ਼ਾ? ਚਾਈਨਾ ਦਾ ਤਾਲਾ ਨਹੀਂ ਦਿੰਦੇ ਉੱਥੇ। ਅੱਛਾ, ਚਾਬੀ ਵਾਲਾ ਹੈਂਡਲ ਵਾਲੇ ਦੇ ਖੁੱਲਣ ਦਾ ਬਾਹਰੋਂ ਵੀ ਹੋ ਸਕਦਾ। ਹਾਂ ਬਾਹਰ ਤੇ ਉਹਦੇ ਚਾਬੀ ਲੱਗੀ, ਬੇਗ ਮੇਰੀ ਨੇ ਘੁਮਾਇਆ ਤੇ ਉਸ ਵੇਲੇ ਤੇ ਕਹਿੰਦੇ ਨਹੀਂ ਇਹਨੇ ਅੰਦਰੋਂ ਖੁੱਲੀ। ਆਪੇ ਹੀ ਉਹਨੂੰ ਦੱਸਣ ਵਾਲੇ ਨੇ ਸਾਰੇ ਰਾਹ ਆਪੇ ਹੀ ਦੱਸਣ ਲੈਣੇ ਤੇ ਉਹ ਗ੍ਰੈਂਡਰ ਵੀ ਉੱਥੇ ਪਈ ਤੇ ਉਸ ਵੇਲੇ ਗ੍ਰੈਂਡਰ ਵੀ ਆ ਗਈ, ਉਹ ਕੱਟਿਆ ਵੀ ਗਿਆ ਤੇ ਫਿਰ ਕੱਟਿਆ ਵੀ ਉਹਨੇ ਗਲਤ ਤਰੀਕੇ ਦਾ ਤੇ ਤੈਨੂੰ ਹੱਥ ਪਾੜੋ ਉਹਦੇ ਚ ਹੱਥ ਵੀ ਨਹੀਂ ਵੜਦਾ। ਤੁਸੀਂ ਹੱਥ ਵਾੜੋ ਨਾ ਆਪਣਾ ਤੇ ਜਿਹੜੀ ਪੱਟੀ ਲੱਗੀ ਹੁੰਦੀ ਨਾ ਉਹ ਅੱਗੇ ਆ ਜਾਂਦੀ, ਉੱਥੇ ਹੱਥ ਨਹੀਂ ਵੜਦਾ ਬੰਦੇ ਦਾ ਕਿਸੇ ਨੂੰ। ਤੇ ਉਹ ਕਹਿੰਦੀ ਇਹਨੇ ਹੱਥ ਪਾ ਕੇ ਖੋਲੇ ਤੇ ਉਹ ਹੱਥ ਤੇ ਹੱਥ ਵਾੜੇਗਾ ਤੇ ਐਂ ਹੱਥ ਫੇਰੇਗਾ ਤੇ ਪੱਟੀ ਜਿਹੜੀ ਕੱਟਿਆ ਹੈ ਉਹ ਤੁਹਾਡੇ ਹੱਥ ਫਿਰੇਗਾ ਲਾਜ਼ਮੀ। ਲੇਕਿਨ ਉਹਨਾਂ ਨੇ ਬੱਚੀ ਦੀ ਵਾਲਦਾ ਨੂੰ ਵੀ ਬੁਲਾ ਲਿਆ ਘਰ, ਅੰਦਰੋਂ ਕੁੰਡੀ ਲੱਗੀ ਹੋਈ ਸੀ, ਉਹ ਕਿੰਜ ਲੱਗ ਸਕਦੀ ਹੈ? ਤੁਹਾਨੂੰ ਲੱਗਦਾ ਹੈ ਅਗਰ ਕਤਲ ਕੀਤਾ ਗਿਆ ਤੇ ਉਹ ਕੋਈ ਰਸਤਾ ਹੈ? ਮੈਨੂੰ ਤੇ ਇਹ ਮੇਰਾ ਦਿਮਾਗ ਜਿੱਥੇ ਤੱਕ ਹੁਣ ਸ਼ੱਕ ਮੈਨੂੰ ਹੈ, ਦੇਖਿਆ ਤਾਂ ਨਹੀਂ ਨਾ ਮੈਨੂੰ ਤੇ ਨਹੀਂ ਨਾ ਕਹਿ ਜਾ ਪੱਕਾ। ਇਹ ਹੋ ਸਕਦਾ ਹੈ ਕਿ ਕੁੜੀ ਅੰਦਰ ਹੋਵੇ। ਅੱਛਾ, ਤੇ ਜਿਸਲੇ ਸਾਨੂੰ ਤੇ ਆਪਣੀ ਪੈ ਗਈ ਲਾਸ਼ ਵੇਖ ਕੇ, ਸਾਨੂੰ ਤੇ ਆਪਣੀ ਪੈ ਗਈ। ਉੱਥੇ ਜਿਸਲੇ ਰੌਲਾ ਜਿਹਾ ਪੈ ਗਿਆ, ਬੂਹਾ ਖੁੱਲ ਗਿਆ ਤੇ ਉਹ ਕੁੜੀ ਵੀ ਨਾਲ ਨਿਕਲ ਆਈ ਹੋਏਗੀ ਉੱਥੋਂ। ਸਹੀ, ਇਹ ਵੀ ਹੋ ਸਕਦਾ। ਸਹੀ ਸਹੀ ਸਹੀ। ਤੁਸੀਂ ਕਹਿੰਦੇ ਹੋ ਕਿ ਕਤਲ ਮਤਲਬ? ਹਾਂ, ਅਸੀਂ ਕਹਿੰਦੇ ਸਾਡੀ ਧੀ ਦਾ ਕਤਲ ਇਹਨਾਂ ਕੀਤਾ ਤੇ ਉਹ ਕਹਿੰਦੇ ਨੇ ਇਹ ਰਿਪੋਰਟ ਦੇ ਵਿੱਚ ਤੁਸੀਂ ਮੁਕੱਦਮਾ ਦਰਜ ਕਰਾਇਆ? ਹਾਂਜੀ, ਮੈਂ ਤਾਂ ਮੁਕੱਦਮਾ ਕਤਲ ਦਾ ਦਰਜ ਕਰਾਇਆ। ਹਾਂ, ਜਿਹਦੇ ਵਿੱਚ ਉਹਦਾ ਖਾਮਦ ਹੈ ਔਰ ਮਾਂ ਉਹਦੀ ਮਾਂ ਉਹਦੇ ਨਾਲ ਪੂਰੀ, ਉਹ ਮੁੰਡਾ ਇਹੀ ਕਹਿੰਦਾ ਮੇਰੀ ਮਾਂ ਜੋ ਕਹੇਗੀ ਮੈਂ ਉਹੀ ਕਰਨਾ। ਤੇ ਮਾਂ ਹੀ ਉਹਨੂੰ ਪੜਾਉਂਦੀ ਸੀ ਤੇ ਮਾਂ ਹੀ ਉਹਨੂੰ ਮਾਂ ਪਹਿਲੇ ਅੱਗੇ ਹੁੰਦੀ ਸੀ, ਮਾਰਦੀ ਸੀ ਤੇ ਭਾਵੇਂ ਮੁੰਡੇ ਨੂੰ ਕਹਿੰਦੀ ਮੁੰਡਾ ਉੱਥੇ ਲਿਆਣ ਕੇ ਕੰਮ ਕਰਾਉਂਦਾ ਸੀ ਮਾਰਦਾ। ਸਹੀ ਸਹੀ। ਤੇ ਹੁਣ ਕੀ ਪੁਲਿਸ ਕੀ ਕਹਿੰਦੀ ਹੈ, ਤੁਹਾਨੂੰ ਕੀ ਕਰ ਰਹੀ ਹੈ ਪੁਲਿਸ? ਹੁਣ ਪੁਲਿਸ ਤੇ ਤਫਤੀਸ਼ੀ ਹੈ। ਪੁਲਿਸ ਨੇ ਤਾਂ ਮੈਨੂੰ ਇਹ ਕਿਹਾ ਸੀ ਤੁਹਾਡਾ ਪੂਰਾ ਕੰਮ ਹੋ ਜਾਣਾ ਜੋ ਮੈਂ ਜੀ ਮੈਨੂੰ ਮੇਰੀ ਧੀ ਨਹੀਂ ਮੈਂ ਛੱਡੀ ਤੇ ਮੈਂ ਇਹਨਾਂ ਨੂੰ ਨਹੀਂ ਛੱਡਣਾ ਹੁਣ ਚਾਹੁੰਦਾ। ਮੇਰੀ ਧੀ ਨੂੰ ਮਾਰਾ, ਮੇਰੀ ਧੀ ਨੂੰ ਮੈਂ ਫਾਂਸੀ ਦਿੱਤੀ ਤੇ ਇਹਨੂੰ ਨਹੀਂ ਫਾਂਸੀ ਦਵਾਉਣੀ। ਠੀਕ ਹੈ ਤੇ ਲੇਕਿਨ ਪੁਲਿਸ ਨੇ ਮੈਨੂੰ ਮੈਂ ਤੁਹਾਡੀ ਮਿਹਰਬਾਨੀ, ਜੇ ਮੇਰੀ ਧੀ ਦੀ ਗਲਤੀ ਹੈ ਤੇ ਉਹ ਮੇਰੀ ਝੋਲੀ ਪਾ ਦਿੰਦਾ, ਇਹ ਤਾਂ ਨਾ ਕੰਮ ਕਰਦਾ ਤੇ ਮੈਨੂੰ ਇਨਸਾਫ ਚਾਹੀਦਾ। ਮੈਨੂੰ ਕਾਨੂੰਨ ਦੇ ਮੁਤਾਬਕ ਵੀ ਮੈਨੂੰ ਇਨਸਾਫ ਚਾਹੀਦਾ। ਮੈਂ ਇਹ ਨਹੀਂ ਆਂਦਾ ਮੈਂ ਉਹਨਾਂ ਨਾਲ ਜ਼ਿਆਦਤੀ ਵੀ ਨਹੀਂ ਕਰਨੀ ਚਾਹੁੰਦਾ, ਮੈਂ ਕਾਨੂੰਨ ਦੇ ਮੁਤਾਬਕ ਵੀ ਮੈਂ ਉਹਨਾਂ ਕੋਲ ਆਪਣਾ ਹਿਸਾਬ ਲੈਣਾ ਚਾਹੁੰਦਾ। ਮੈਂ ਉਸਮਾਨ ਬਜ਼ਾਰ ਅੱਗੇ ਅਪੀਲ ਕਰਨਾ, ਵਜ਼ੀਰ ਆਜ਼ਮ ਅੱਗੇ ਵੀ ਅਪੀਲ ਕਰਨਾ,
ਪੰਜਾਬ ਦੇ ਸਾਰੇ ਆਈਜੀ ਅੱਗੇ, ਡੀਆਈਜੀ ਅੱਗੇ, ਸਾਰੇ ਪੁਲਿਸ ਦੇ ਜਿੰਨੇ ਮਹਿਕਮੇ ਦੇ ਅਫਸਰਾਨ ਨੇ ਉਹਨਾਂ ਅੱਗੇ ਮੈਨੂੰ इंसाफ मिलना चाहिए, मैं ये चाहता हूँ। नाजरीन, ये सुना ज़ैनब के वालिदा की गुफ्तगू कि किस तरह से उनका कहना है कि उनकी बेटी को कत्ल किया गया है। हालात तो वाक़यात मशकूक हैं, लेकिन पुलिस की जानिब से मुकदमा भी दर्ज कर लिया गया है और मुल्ज़मान को भी गिरफ्तार कर लिया गया। मुल्ज़मान में बच्ची लड़की का शौहर और उसकी सास शामिल हैं जिन्हें गिरफ्तार किया गया और उन थाने में उनसे तफ्तीश की जा रही है। मज़ीद जानते हैं इस हवाले से बच्ची की वालिदा की जुबानी, जो मौका पर गई और अपनी बच्ची की लाश को उन्होंने खुद अपनी आंखों से देखा। ज़ैनब की मौत हुई कैसे, असल में वजूहात जानते हैं उसकी वालिदा की जुबानी, जो सबसे पहले अपनी बेटी को पंखे से उतारने के लिए मौका पर पहुंची। बहुत अफसोसनाक माँ जी खबर है, अल्लाह पाक तुहानू सबर दे। की उस दिन होया, किंज उन्होंने बुलाया, की वेख्या तुसी? बड़ी ज्यादा गर्मी सी, तुहानू पता है उस दिन जी बैठे बैठे अचानक मेरी भी तबीयत गर्मी नाल अचानक ही बड़ी डाउन हो गई सी। मैं जल्दी ना नहाने वास्ते गई हां, नहा के हले कदम ही बाहर रखा है। उन्होंने दी छोटी बच्ची जेड़ी सी ना वो आई है मैनू बुलाण, उन्हें कहा कि घर आओ। मैं घर गई हां, उत्थे वो बाद च मावां धीआं बह गईयां ने दोनों, ते पुत्तर उन्हां दा केबल दा काम करन दिया सी उस टाइम। उन्हें कहा उत्ते जाओ मेरा बच्ची दा शौहर सी। हाँ जी। अच्छा, मैं कहा की गल होई है, की बात है? थोड़ी देर उन्होंने मैनू गल्लां गुल्लां कीतियां, दस्सिया। बाद च मैं कित्थे होया इस टाइम बच्ची मेरी? उन्हें कहा ऊपर, तुसी जाओ ऊपर जाके ते ओदे कोल ना ओदे नाल गल करो। मैं ऊपर गई हूं जिस वक्त, उन्हें आवाज़ां लगाइयां ने बड़ियां, लेकिन कोई आवाज नहीं आई अंदरों मैनू। उस बाद मैं बड़ी परेशान होकर थल्ले आ गई हूं वापस। दोबारा मैं फिर पानी पीता है, पानी पीने तो बाद मैं फिर ऊपर गई हूं ज्यादा। फिर मैं मियां पूछा, मैं कोई लड़ाई झगड़ा तुहाडा होया है, कुछ दसो क्यों उन्हें इस तरह किया है? नहीं, कोई लड़ाई झगड़ा नहीं होया, लेकिन बगैर किसी वजह तो नहीं सी, वो अपने आप में इस तरह काट लिया उन्हें। तो उस बाद ओदा शौहर फिर ऊपर आया है, मेरिया काफी आवाज़ों तो बाद ओदा शौहर ऊपर आया है। उन्हें आन के पर्दा खिड़की तो साइड ते कीता है, खुद ही उन्हें कीता है। मैं साइड ते हो गई हूं, मैं परेशान इन्नी सा कि मैनू जड़ा ना कुछ समझ नहीं सी आंदा कि मैं की करा। ओदे अल्फाज सी, ओहो ऐ की हो गया। जिस वक्त मैं इन्नी आवाज सुनी, मैं तो उत्थे बस ना मेरी कोई समझ नहीं आया कि उन्हें की कीता बच्ची नाल, उन्होंने किस तरह भी हो गया। फिर जल्दी नाल शोर पान लग पे ने कि यह चीज वो चीज इस तरह किस तरह। मैं तो उत्थे खड़ी बस रोई जा रही हूं, अपने आप को कही जा रही हूं कि यह की हो गया। उन्नी देर साडा शोर दोवां दा सुन के ओदी थल्ले जिहड़ी मां ते भैन एक दो जणियां बैठियां सन, एक उन्हां दी बच्ची थल्ले नहीं सी हैगी। अच्छा, घर च इस टाइम 3 औरतां होणियां चाहीदियां सी, एक बच्ची नहीं सी हैगी उन्हां दी। वो दोवें जणियां थल्ले ऊपर आईयां ने जल्दी नाल। उन्होंने पता नहीं किस तरह जो भी उन्होंने घर औजार है सी ग्राइंडर दा, उन्होंने जल्दी ना कीता कराया है। जिस वक्त मैं वेख्या उन्होंने पखे नाल लटक रही सी, ਉਹਦੇ पैर भी नाल लगे सी। तो मैंने यही कहते रहे नहीं है 10-20 मिनट पहले सही सी, 10-20 मिनट पहले सही सी, 10-20 मिनट पहले सही सी। मैं कहा 10-20 मिनट पहले सही सी तो हुण किस तरह 20 मिनटां च इस तरह हो गई है। उन्होंने ला लू के थल्ले मैं ਉਹਦੇ ਮੂੰਹ 'ਚ ਪਾਣੀ ਪਾਉਂਦੀ ਰਹੀ, ਉਹਨੂੰ ਚੁੱਕ ਚੁੱਕ ਕੇ ਕਹਿੰਦੀ ਰਹੀ ਕਿ 10-20 ਮਿੰਟ ਕਹਿੰਦੇ ਨੇ ਤੇ ਸ਼ਾਇਦ ਕਿਤੇ ਸਾਹ ਹੋਣ। ਇਹੀ ਮੈਨੂੰ ਕਹੇਗਾ ਨਹੀਂ ਸਾਹ ਹੋਣਗੇ, ਨਹੀਂ ਇਹਦੇ ਸਾਹ ਹੋਣਗੇ। ਮੈਂ ਖੁਦਾ ਦਾ ਵਾਸਤੇ ਅੱਲਾ ਦੇ ਬੰਦੇ ਕੀ ਇਹਦੇ ਨਾਲ ਕਰ ਲਿਆ ਜੇ ਜ਼ੁਲਮ ਬੈਠਿਆ। ਫਿਰ ਉਹ ਮੇਰੇ ਪੈਰਾਂ 'ਚ ਡਿੱਗ ਪਿਆ ਆਣ ਕੇ ਮੁੰਡਾ। ਹਾਂਜੀ। ਅੱਛਾ, ਕੀ ਕਹਿੰਦਾ? ਕਹਿੰਦਾ ਆ ਮੈਨੂੰ ਮਾਫ ਕਰ ਦਿਓ ਜਿਹੜਾ ਵੀ ਕੰਮ ਹੋ ਗਿਆ ਹੈ, ਤੇ ਮੇਰੀ ਮਾਂ ਦਾ ਤੇ ਮੇਰੀ ਭੈਣਾਂ ਦਾ ਨਾਂ ਨਾ ਨਾਲ ਲੈਣਾ ਤੁਸੀਂ, ਮੈਨੂੰ ਚਾਹੇ ਤੁਸੀਂ ਫਾਂਸੀ ਚੜਾ ਦੇਣਾ। ਉਹਨੇ ਇਹ ਮੇਰੇ ਨਾਲ ਗੱਲਾਂ ਕੀਤੀਆਂ ਨੇ। ਉਹਨੇ ਫਿਰ ਮੈਂ ਘਰ ਵਾਪਸ ਆ ਗਈ ਹਾਂ ਆਪਣੇ ਸ਼ੋਹਰ ਨੂੰ ਬੁਲਾਉਣ ਵਾਸਤੇ। ਇਹਨੂੰ ਮੈਂ ਬੁਲਾ ਕੇ ਲੈ ਕੇ ਗਈ ਹਾਂ। ਜਿਸ ਵਕਤ ਇਹ ਵੀ ਦੇਖ ਕੇ ਉਸ ਤੋਂ ਰੋਣ ਪਿੱਟਣ ਲੱਗ ਪਿਆ। ਫਿਰ ਇਹਦੇ ਵੀ ਪੈਰਾਂ 'ਚ ਉੱਡ ਗਿਆ। ਜਿਸ ਵਕਤ ਵੇਖਿਆ ਉਹਦੇ ਹੱਥ ਵੀ ਸਾਰੇ ਵੱਜੇ ਹੋਏ ਸੀ ਦੁਪੱਟੇ ਨਾਲ, ਦੁਪੱਟਾ ਵੀ ਸਾਡੇ ਕੋਲ ਮੌਜੂਦ ਹੈ। ਉਹ ਆਪ ਵੀ ਕਹੇਗਾ ਕਿ ਇਹਦੇ ਹੱਥ ਵੱਜੇ ਹੋਏ ਸੀ ਦੁਪੱਟੇ ਨਾਲ ਉਸ ਟਾਈਮ।
ਇੱਕ ਬੱਜੇ ਹੱਥ ਨੇ ਉਹ ਕਿਸ ਤਰ੍ਹਾਂ ਵਾਕਿਆ ਕਰ ਸਕਦੇ? ਹੱਥ ਵੱਜੇ ਹੋਏ ਸੀ ਜੀ, ਬੱਟੇ ਦੇ ਨਾਲ ਉਹਦੇ ਹੱਥ ਵੀ ਵੱਜੇ ਸਨ। ਕੁੜੀ ਦੇ ਤਸਵੀਰ ਹੈ ਕੋਈ ਉਸ ਟਾਈਮ ਦੀ? ਨਹੀਂ ਸਰ, ਇਹੀ ਤਾਂ ਗਲਤੀ ਹੋਈ ਹੈ ਕਿ ਅਸੀਂ ਕੋਈ ਉਸ ਟਾਈਮ ਨਾ ਹੋਸ਼ ਰਹੀ ਨਹੀਂ ਸਾਨੂੰ ਮੀਆਂ ਬੀਵੀ ਨੂੰ ਕਿ ਇਹ ਕੀ ਹੋ ਗਿਆ। ਅੱਛੇ ਭਲੇ ਤੇ ਉਹ ਕੰਮ ਤੇ ਗਿਆ ਹੈ, ਖਾਣਾ ਖਾਣ ਆਇਆ ਹੈ ਘਰ ਵਾਪਸ, ਤੇ ਅਚਾਨਕ ਇਹ ਕੀ ਹੋ ਗਿਆ? ਸਾਨੂੰ ਕੀ ਪਤਾ ਸੀ ਕਿ ਉਹ ਜ਼ਾਲਮ ਏਡੀ ਹੋਈ ਹੈ ਕਿ ਜਿਹੜੀ ਰੋਜ਼ਿਆਂ ਦੇ ਵਿੱਚ ਵੀ ਉਹਨੂੰ ਮਾਰਿਆ ਸੀ। ਜਦੋਂ ਆਈ ਦੱਸ ਕੇ ਗਈ ਹੈ ਕਿ ਅੰਮੀ ਨਹੀਂ ਰੋਜ਼ੇ ਜਿਸ ਦਿਨ ਇਹਨੇ ਉਸ ਦਿਨ ਹੀ ਮੈਨੂੰ ਥੱਪੜ ਮਾਰੇ ਨੇ। ਅੱਛਾ, ਲੜਕੇ ਨੇ। ਸਾਨੂੰ ਕੀ ਪਤਾ ਸੀ ਇਸ ਹੱਦ ਤੱਕ ਚਲਾ ਜਾਏਗਾ। ਨਹੀਂ ਤੇ ਮਾਵਾਂ ਤੇ ਅਕਸਰ ਬੇਟੀ ਦੀਆਂ ਦੋਸਤ ਵੀ ਹੁੰਦੀਆਂ, ਸਾਰੀ ਕਿਸਮ ਦੀ ਗੱਲਾਂ ਕਰ ਲੈਂਦੇ। ਕੀ ਹਾਲਾਤ ਕੀ ਸੀ ਜਿਹੜਾ ਇਹ ਵਾਕਿਆ ਹੋਇਆ? ਅਗਰ ਉਹ ਸਾਰਾ ਇਹੀ ਬੱਚੀ ਮੇਰੀਆਂ ਗੱਲਾਂ ਕੀਤੀਆਂ ਕਿ ਅੰਮੀ ਇੱਕ ਤੇ ਔਰਤ ਜਿਹੜੀ ਨਾ ਬਹੁਤ ਤਾਨਾਜ਼ਨੀ ਕਰਦੀ ਕਿ ਤੂੰ ਲੈ ਕੇ ਕੁਛ ਨਹੀਂ ਆਈ, ਮੇਰਾ ਕੱਲਾ ਪੁੱਤਰ ਸੀ ਤੇ ਤੂੰ ਉਸ ਹਿਸਾਬ ਨਾਲ ਜਹੇਜ਼ ਨਹੀਂ ਲੈ ਕੇ ਆਈ। ਮੈਂ ਕਿਹਾ ਉਹਨਾਂ ਨੇ ਖੁਦ ਆਪਣੀ ਖੁਸ਼ੀ ਨਾਲ ਇਹ ਕਬੂਲ ਕੀਤਾ ਸੀ ਉਸ ਟਾਈਮ। ਲਵ ਮੈਰਿਜ ਸੀ ਇਹ? ਨਹੀਂ ਸਰ, ਉਸ ਤੋਂ ਪਹਿਲੇ ਵੀ ਲੜਕੇ ਦੀ ਸ਼ਾਦੀ ਹੋਈ ਸੀ, ਉਹਨੂੰ 2 ਮਾਹ ਉਹ ਬੀਵੀ ਰੱਖ ਕੇ ਉਹਨੂੰ ਵੀ ਤਲਾਕ ਦਿੱਤੀ ਸੀ, ਮਾਰ ਕੁੱਟ ਕੇ ਉਹਨੂੰ ਵੀ ਕੱਢਿਆ ਸੀ ਉਹਨੇ। ਅੱਛਾ ਹਾਂਜੀ, ਅੱਛਾ, ਦੂਸਰੀ ਸ਼ਾਦੀ ਕੀਤੀ? ਦੂਸਰੀ ਕੀਤੀ ਸੀ। ਠੀਕ ਹੈ। ਤੇ ਉਸ ਟਾਈਮ ਇੰਨਾ ਸਾਨੂੰ ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਸੀ ਕਿ ਕਹਿੰਦੀ ਸੀ ਮੇਰੇ ਪੁੱਤਰ ਨੇ ਪਾਗਲ ਹੋ ਜਾਣਾ ਹੈ, ਮੈਂ ਬਾਹਰ ਨਹੀਂ ਕਿਤੇ ਜਾ ਸਕਦੀ, ਮੈਨੂੰ ਬਾਹਰੋਂ ਨਹੀਂ ਕਿਸੇ ਨੇ ਦੇਣਾ ਰਿਸ਼ਤਾ, ਤੇ ਤੁਸੀਂ ਜੇ ਤੁਸੀਂ ਭੈਣ ਭਰਾ ਜੇ ਮੇਰੇ ਆਪਣੇ ਤੇ ਤੁਸੀਂ ਮੈਨੂੰ ਦੇ ਦੋਗੇ। ਇੰਨਾ ਉਹਨੇ ਮਜਬੂਰ ਸਾਨੂੰ ਆਣ ਕੇ ਲੇਕਿਨ ਕੀਤਾ ਕਹਿੰਦੇ ਸੀ। ਉਹ ਤੁਹਾਨੂੰ ਇਹੀ ਰਹੇ ਕਿ ਕੁੜੀ ਨੇ ਸੁਸਾਈਡ ਕੀਤਾ ਹੈ? ਨਹੀਂ, ਸਾਨੂੰ ਨਹੀਂ ਉਹਨਾਂ ਨੇ ਇਹ ਕਿਹਾ ਹੈਗਾ। ਉਹਨੇ ਤੁਹਾਨੂੰ ਦੱਸਿਆ ਕਿ ਉਹਨੇ ਮੈਨੂੰ ਪੈਨਿਆ ਪੈਰਾਂ 'ਚ ਇਹ ਕਿਹਾ ਕਿ ਮੇਰੇ ਕੋਲ ਗਲਤੀ ਹੋ ਗਈ ਜੀ। ਅੱਛਾ, ਲੜਕੇ ਨੇ, ਤੇ ਮੈਨੂੰ ਚਾਹੇ ਫਾਇਦੇ ਦੇ ਦੇਣਾ ਹੁਣ ਤੁਸੀਂ। ਮੈਂ ਕਿ ਅੱਲਾ ਦੇ ਬੰਦੇ ਤੂੰ ਐਡਾ ਵੱਡਾ ਕਦਮ ਚੁੱਕਦਾ, ਤੂੰ ਮੈਨੂੰ ਦੱਸਦਾ, ਮੇਰੇ ਘਰ ਧੱਕਾ ਦੇ ਕੇ ਸੁੱਟ ਦਿੰਦਾ, ਮੈਂ ਕਿਹਨੂੰ ਜਾ ਕੇ ਹੁਣ ਰੋਵਾਂ? ਮੈਨੂੰ ਦੱਸੋ ਤੁਸੀਂ। ਉਹਨੂੰ ਈਦ ਦੇ ਕੇ ਕਿਹਾ ਸੀ ਕਿ ਮੈਂ ਖੁਦਕੁਸ਼ੀ ਕਰ ਲਾਂ? ਨਹੀਂ, ਇਹੋ ਜਿਹਾ ਨੇ ਕਦੀ ਲਫ਼ਜ਼ ਨਹੀਂ ਸੀ ਬੋਲਿਆ ਹੈਗਾ। ਕਿਹੋ ਜਿਹੀ ਸੀ? ਜਜ਼ਬਾਤੀ ਸੀ ਬੱਚੀ? ਨਹੀਂ ਸਰ, ਉਹ ਬਹੁਤ ਖਾਮੋਸ਼ ਰਹਿਣ ਵਾਲੀ ਮੇਰੀ ਬੱਚੀ ਸੀ ਤੇ ਸਬਰ ਕਰਨ ਵਾਲੀ ਸੀ। ਜਦੋਂ ਵੀ ਉਹਨੇ ਗੱਲ ਕੀਤੀ ਹੈ ਤੇ ਮੈਂ ਉਹਨੂੰ ਕਹਿਣਾ ਨਾ ਪੁੱਤਰ ਘਰਾਂ 'ਚ ਛੋਟੇ ਮੋਟੇ ਹੋ ਜਾਂਦੇ ਨੇ, ਸੱਸਾਂ ਮਾਵਾਂ ਕਹਿ ਲੈਂਦੀਆਂ ਨੇ ਕਿਸੇ ਟਾਈਮ, ਤੇ ਚਲ ਤੁਸੀਂ ਧੀਆਂ ਹੀ ਬਰਦਾਸ਼ਤ ਕਰਦੀਆਂ। ਤੇ ਉਹਨੇ ਕਹਿਣਾ ਠੀਕ ਹੈ ਅੰਮੀ। ਮੈਂ ਕਹਿਣਾ ਪੁੱਤਰ ਜਿਸ ਤਰ੍ਹਾਂ ਵਕਤ ਲੰਘੇਗਾ ਨਾ ਇਹ ਬੱਚਿਆਂ ਦੀ ਸ਼ਾਦੀ ਕਰ ਦੇ ਕੇ ਤੇਰੇ ਨਾਲ ਵੀ ਪਿਆਰ ਕਰਨ ਲੱਗ ਪਏਗੀ। ਉਹ ਸਮਝਦੀ ਨਹੀਂ ਸੀ ਇਸ ਗੱਲ ਨੂੰ। 10 ਦਿਨ ਪਹਿਲੇ ਸਾਡੇ ਘਰੋਂ ਗਈ ਹੈ, ਤੁਹਾਨੂੰ ਦੱਸਿਆ, ਇਸ ਤੋਂ ਬਾਅਦ ਆਈ ਹੈ। 10 ਦਿਨ ਪਹਿਲੇ ਗਈ ਹੈ, ਰਹਿ ਕੇ ਫਿਰ ਆਪਣੀ ਖੁਸ਼ੀ ਨਾਲ ਗਈ ਹੈ। ਬੱਚੇ ਦੀ ਖਾਤਰ ਗਈ ਕਿ ਮੈਨੂੰ ਜਾਣਦਾ ਵਾ, ਮੈਂ ਆਪਣੇ ਬੱਚੇ ਨੂੰ ਪਿਆਰ ਕਰਨੀ, ਮੈਂ ਨਹੀਂ ਰਹਿ ਸਕਦੀ। ਬਾਅਦ ਤੋਂ ਝਗੜੇ ਸ਼ੁਰੂ ਹੋ ਗਏ ਸੀ? ਤਕਰੀਬਨ 1.5 ਸਾਲ ਬਾਅਦ ਜਿਹੜੇ ਨਾ ਉਹ ਝਗੜੇ ਉਹਨਾਂ ਦੇ ਸ਼ੁਰੂ ਹੋ ਚੁੱਕੇ ਸੀ। ਮੈਡਮ ਇਹ ਵੀ ਰਿਹਾ ਹੈ ਕਿ ਤੂੰ ਜਹੇਜ਼ ਨਹੀਂ ਲੈ ਕੇ ਆਈ, ਮੇਰਾ ਇੱਕ ਪੁੱਤਰ ਸੀ, ਮੈਨੂੰ ਬੜਾ ਕੁਛ ਚਾਹੀਦਾ ਸੀ, ਤੇ ਫਿਰ ਵੀ ਕਹਿੰਦੇ ਰਹੇ ਕਿ ਜਿਸ ਤਰ੍ਹਾਂ ਬੇਟਾ ਸਾਡੇ ਕੋਲ ਆਏਗਾ ਨਾ ਅਸੀਂ ਤੈਨੂੰ ਦਵਾਂਗੇ, ਤੇ ਦਿੱਤਾ ਵੀ ਉਹਨੂੰ ਥੋੜਾ ਬਹੁਤਾ। ਇਹ ਤੇ ਨਹੀਂ ਕਿ ਬਿਲਕੁਲ ਖਾਲੀ ਹੱਥ ਭੇਜ ਦਿੱਤਾ ਸੀ। ਈਦ ਤੋਂ ਬਾਅਦ ਮੇਰੇ ਘਰ ਜਦੋਂ ਛੱਡ ਕੇ ਗਿਆ ਹੈ ਨਾ, ਉਸ ਤੋਂ 2 ਦਿਨ ਪਹਿਲੇ ਉਹਦੀ ਮੇਰੇ ਮੀਆਂ ਦੀ ਬਹਿਸ ਹੋਈ ਹੈ ਇਸੇ ਗੱਲ ਤੇ। ਅੱਛਾ, ਛੱਡ ਕੇ ਵੀ ਗਿਆ ਸੀ? ਹਾਂਜੀ, ਉਹ ਛੱਡ ਕੇ ਗਿਆ ਈਦ ਤੋਂ ਬਾਅਦ। ਕਿੰਨੇ ਦਿਨ ਵਾਸਤੇ? ਹੁਣ ਜੀ ਮਤਲਬ ਲੜ ਕੇ ਛੱਡ ਗਿਆ? ਨਹੀਂ, ਲੜ ਕੇ ਨਹੀਂ, ਉਹ ਯਾਨੀ ਪ੍ਰੈਗਨੈਂਟ ਸੀ ਦੁਬਾਰਾ ਤੋਂ, ਤੇ ਉਹ ਬੱਚੀ ਦਾ ਹੋ ਗਿਆ, ਤਬੀਅਤ ਖਰਾਬ ਹੋਈ ਤੇ ਨਹੀਂ ਸਹੀ ਰਿਹਾ, ਜਾਂ ਜਿਸ ਤਰ੍ਹਾਂ ਵੀ ਸ਼ਾਇਦ ਉਹਨੇ ਤਸ਼ੱਦਦ ਕੀਤਾ ਹੋਵੇ, ਜਿਹਨੇ ਰੋਜ਼ਿਆਂ 'ਚ ਮਾਰ ਲਿਆ ਸੀ, ਉਹ ਬਾਅਦ 'ਚ ਕਿੱਥੇ ਕਰ ਸਕਦਾ ਸੀ। ਫਿਰ ਕੀ ਹੋਇਆ? ਉਹਨੇ ਸਾਰੀਆਂ ਗੱਲਾਂ ਦੱਸੀਆਂ ਨੇ ਘਰ ਦੀ ਕਿ ਅੰਮੀ ਇਸ ਤਰ੍ਹਾਂ ਦੀ ਮਾਂ ਜਿਹੜੀ ਨਾ ਬੜੇ ਮੇਨੇ ਦਿੰਦੀ ਜੀ, ਤਾਨੇ ਦਿੰਦੀ, ਜ਼ਿੰਦਗੀ ਉਹਨੇ ਬੜੀ ਅਜੀਰਨ ਬਣਾ ਦਿੰਦੀ ਮੇਰੇ ਵਾਸਤੇ। ਮੈਂ ਕਹਿਣਾ ਪੁੱਤਰ ਕੋਈ ਗੱਲ ਨਹੀਂ, ਹੋ ਜਾਏਗੀ ਸਹੀ। ਬੱਚਾ ਵੀ ਸੀ? ਬੱਚੀ? ਹਾਂਜੀ, ਬੇਟਾ ਸਾਲ ਦਾ, ਤੁਹਾਨੂੰ ਦੱਸਿਆ ਉਹਦੇ ਬੱਚੇ ਦੀ ਸਾਲਗਿਰਾ ਕੀਤੀ ਨੇ। ਹਾਲੇ ਸਭ ਅਸੀਂ ਕਿਹਾ ਹੈ ਕਿ ਰਾਤੀ ਤੇ ਹਸਪੀਟਲ ਉਹਨੂੰ ਲੈ ਕੇ ਆਏ ਆ, ਤਬੀਅਤ ਖਰਾਬ ਹੈ ਨਾ ਕਰੋ। ਨਹੀਂ, ਅਸੀਂ ਫੋਨ ਕੀਤੇ ਨੇ, ਅਸੀਂ ਲੋਕਾਂ ਨੂੰ ਕਿਹਾ ਹੈ, ਅਸੀਂ ਕੀ ਜਵਾਬ ਦੇਵਾਂਗੇ? ਤੁਸੀਂ ਇਸ ਗੱਲ ਤੇ ਪਰਦਾ ਪਾ ਦਿਓ ਹਾਲੇ। ਕਿਸ ਗੱਲ ਤੇ? ਕਿਆ ਹਸਪਤਾਲ ਗਈ ਸੀ, ਇਹਦੇ ਨਾਲ ਇਸ ਤਰ੍ਹਾਂ ਦਾ ਵਾਕਿਆ ਹੋਇਆ ਹੈ। ਹਸਪਤਾਲ ਕੇ? ਅੱਛਾ, ਠੀਕ ਹੈ, ਉਹ ਜਿਹੜਾ ਤਕਲੀਫ ਹੋਈ ਸੀ। ਜੀ, ਠੀਕ ਹੈ। ਉਹਨੇ ਕਿਹਾ ਇਸ ਗੱਲ ਤੇ ਤੁਸੀਂ ਪਰਦਾ ਪਾ ਦਿਓ, ਤੇ ਲੇਕਿਨ ਸਾਨੂੰ ਸਾਲਗਿਰਾ ਕਰ ਲੈਣ ਦਿਓ। ਤੇ ਅਗਲੇ ਦਿਨ ਫਿਰ ਆਣ ਕੇ ਛੱਡ ਗਿਆ ਉਹਨੂੰ। ਫਿਰ ਰਹੀ ਇਹ, ਫਿਰ ਉਹ ਦੱਸਦੀ ਰਹੀ। ਮੈਂ ਕਿਹਾ ਪੁੱਤਰ ਜਿਹੜੀ ਵੀ ਗੱਲ ਨਾ ਖੋਲ ਕੇ ਦੱਸ। ਤੇ ਕੋਈ ਹੱਲ ਨਹੀਂ ਕੱਢਿਆ ਤੁਸੀਂ ਉਸ ਗੱਲ ਦਾ, ਇੰਨੇ ਦਿਨ ਕੋਲ ਰੱਖ ਕੇ ਬੇਟੀ ਦੀ ਪਰੇਸ਼ਾਨੀ ਸੁਣਨ ਤੋਂ? ਇਹੀ ਅਸੀਂ ਉਹਨੂੰ ਕਿਹਾ ਕਿ ਪੁੱਤਰ ਤੂੰ ਆਈ ਹੈ ਨਾ, ਤੂੰ ਰਹਿ ਸਾਡੇ ਕੋਲ, ਅਸੀਂ ਤੈਨੂੰ ਰੱਖਣਾ, ਜਦੋਂ ਲੈਣ ਆਏਗਾ ਨਾ ਅਸੀਂ ਉਹਦੇ ਨਾਲ ਪੂਰੀਆਂ ਗੱਲਾਂ ਖੁੱਲ ਕੇ ਕਰਾਂਗੇ। ਤੇ ਫਿਰ 9 ਦਿਨ ਬਾਅਦ ਕੀ ਹੋਇਆ? ਉਧਰ ਆਓ। ਉਹ ਛੋਟਾ ਬੱਚਾ ਜਿਹੜਾ ਸੀ ਨਾ, ਉਹ ਬਿਮਾਰ ਹੋ ਗਿਆ ਉਹਦਾ। ਅੱਛਾ, ਤੇ ਘਰ ਚਲੀ ਗਈ? ਤੇ ਨਹੀਂ, ਬੱਚਾ ਉਹਦਾ ਉਹ ਨਾਲ ਸੀ, ਉਹਦੀ ਸੱਸ ਲੈ ਜਾਂਦੀ ਹੁੰਦੀ ਸੀ ਆਣ ਕੇ, ਜਿਸ ਵਕਤ ਮਰਜ਼ੀ ਉਹਨੂੰ ਲੈ ਜਾਂਦੀ। ਫਿਰ ਕੀ ਹੋਇਆ? ਉਹਦੀ ਸੱਸ ਉਹਨੂੰ ਲੈ ਗਈ ਹੈ ਆਣ ਕੇ ਬੱਚੇ ਨੂੰ, ਤੇ ਉਹ ਬੱਚਾ ਬਿਮਾਰ ਹੋਇਆ। ਬਾਅਦ ਚ ਇਹ ਇਧਰ ਸੀ ਕਿ ਮੇਰਾ ਬੱਚਾ ਬਿਮਾਰ ਹੈ। ਇਹਨੇ ਫੋਨ ਤੇ ਵੈਸੇ ਮੀਆਂ ਨੂੰ ਪੁੱਛਿਆ ਹੈ ਕਿ ਕੀ ਹਾਲ ਹੈ ਕਾਕੇ ਦਾ, ਠੀਕ ਹੈ ਹੁਣ?
ਤੇ ਉਹ ਕਹਿੰਦਾ ਨਹੀਂ ਉਹਦੀ ਤਬੀਅਤ ਨਹੀਂ ਠੀਕ ਹੈਗੀ ਤੇ ਤੂੰ ਘਰ ਆ ਜਾ। ਉਹਦੇ ਬਾਪ ਨੇ ਵੀ ਕਿਹਾ ਕਿ ਮੈਂ ਤੈਨੂੰ ਹਾਲੇ ਭੇਜਣਾ ਨਹੀਂ ਚਾਹੁੰਦਾ, ਜਿਸ ਤਰ੍ਹਾਂ ਉਹਨੇ ਗੱਲਾਂ ਕੀਤੀਆਂ ਨੇ ਇਹਦੇ ਨਾਲ ਗੱਲ ਜਿਹੜੀ ਉਹਨੇ ਖੁੱਲ ਕੇ ਕਰਨੀ ਹੈ ਤੇ ਫਿਰ ਤੈਨੂੰ ਭੇਜਾਂਗੇ। ਠੀਕ ਹੈ। ਤੇ ਉਹ ਬੱਚੀ ਫਿਰ ਕਹਿਣ ਲੱਗੀ ਨਹੀਂ ਅੱਬੂ ਜੀ ਮੈਨੂੰ ਜਾਣ ਦਿਓ, ਤੁਹਾਡੀ ਮਿਹਰਬਾਨੀ, ਹਾਲੇ ਨਾ ਕਰੋ ਖੁੱਲ ਕੇ ਗੱਲਾਂ, ਹੁਣ ਮੇਰਾ ਬੱਚਾ ਨਹੀਂ ਠੀਕ ਹੈਗਾ। ਉਹ ਕਹਿੰਦਾ ਮੈਂ ਤੈਨੂੰ ਲੈਣ ਆ ਜਾਣਾ, ਮੈਂ ਤੂੰ ਸਾਰੀਆਂ ਗੱਲਾਂ ਛੱਡ ਦੇ, ਹੁਣ ਨਹੀਂ ਮੈਂ ਕਰਾਂਗਾ ਕੁਛ, ਤੇ ਮੇਰੇ ਨਾਲ ਘਰ ਆ ਜਾ ਵਾਪਸ। ਫਿਰ ਉਹਨੂੰ ਫੋਨ ਉਹਨੇ ਮਿਸ ਕਾਲ ਕੀਤੀ, ਫਿਰ ਆਇਆ ਤੇ ਫਿਰ ਉਹਨੂੰ ਲੈ ਕੇ ਚਲਾ ਗਿਆ। ਕਿਹਨੂੰ ਮਿਸ ਕਾਲ ਕੀਤੀ, ਨਾਮ ਦੱਸਣਾ ਹੈ? ਗੁਲਾਮ ਬਾਸ ਉਹਦੇ ਸ਼ੋਹਰ ਦਾ ਨਾਮ ਸੀ। ਅੱਛਾ। ਉਹਨੂੰ ਮੈਨੂੰ ਮਿਸ ਕਾਲ ਕੀਤੀ ਕਿ ਮੈਂ ਅੱਬੂ ਨਾਲ ਗੱਲ ਕਰ ਲਈ ਤੇ ਤੂੰ ਆ ਜਾ ਤੇ ਮੈਂ ਤੇਰੇ ਨਾਲ ਘਰ ਆ ਜਾਨੀ। ਤੁਹਾਨੂੰ ਕਿੰਜ ਕਨਫਰਮ ਮਤਲਬ ਕਿੰਜ ਪੱਕਾ ਪਤਾ ਹੈ ਕਿ ਕੁੜੀ ਨੂੰ ਕਤਲ ਕੀਤਾ ਤੁਹਾਡੀ ਬੇਟੀ ਨੂੰ? ਸਭ ਦੇਖੋ ਨਾ ਉਹਦੇ ਹੱਥ ਵੀ ਵੱਜੇ ਹੋਏ ਨੇ, ਉਹਦੇ ਪੈਰਾਂ ਥੱਲੇ ਕੋਈ ਚੀਜ਼ ਨਹੀਂ ਹੈਗੀ, ਬੈੱਡ ਤੇ ਲੱਗੇ ਨੇ ਪੈਰ ਉਹਦੇ। ਉਸ ਤੋਂ ਬਾਅਦ ਜਿਸ ਹੱਦ ਤੱਕ ਉਹਦੇ ਗਲੇ ਦਾ ਨਿਸ਼ਾਨ ਸੀ, ਉਹਦੇ ਹੋਂਠ ਇੰਨੇ ਨੀਲੇ ਹੋ ਚੁੱਕੇ ਸੀ ਕਿ ਉਹ ਲੱਗਦਾ ਹੀ ਨਹੀਂ ਸੀ ਕਿ ਕੰਮ ਅੱਧੇ ਘੰਟੇ ਦਾ। ਆਖਰੀ ਗੱਲ ਕਦੋਂ ਹੋਈ ਸੀ ਇਸ ਸਾਰੇ ਵਾਕਿਏ ਤੋਂ ਪਹਿਲੇ ਤੁਹਾਡੀ? ਕਿੰਨੀ ਦਿਨ ਪਹਿਲੇ ਬੱਚੀ ਦੇ ਨਾਲ? ਮੇਰਾ ਖਿਆਲ ਹੈ ਕਿ 5-6 ਦਿਨ ਪਹਿਲੇ ਇੰਜ ਦਰਵਾਜ਼ਾ ਉਹਨਾਂ ਦਾ ਖੁੱਲਿਆ ਸੀ। ਨਾਲ ਛੋਟਾ ਬੱਚਾ ਸੀ, ਮੈਨੂੰ ਵੀ ਉਹਦੇ ਨਾਲ ਪਿਆਰ ਸੀ, ਮੈਂ ਜ਼ਬਰਦਸਤੀ ਵੀ ਅੰਦਰ ਚਲੀ ਜਾਂਦੀ ਹੁੰਦੀ ਸੀ ਬੱਚੇ ਨੂੰ ਚੁੱਕਣ ਵਾਸਤੇ। ਬੱਚਾ ਕਿੱਥੇ? ਬੱਚਾ ਇਸ ਟਾਈਮ ਉਹ ਲੈ ਗਏ ਨੇ ਉਹਨਾਂ ਦੇ ਸਸੁਰਾਲੀਆਂ ਕੋਲ ਹੀ। ਉਹ ਕਿੰਜ ਲੈ ਗਏ? ਉਹ ਤਾਂ ਫੜੇ ਨਹੀਂ ਗਏ। ਉਹ ਮਾਂ ਪੁੱਤਰ ਫੜੇ ਗਏ ਨੇ ਨਾ, ਜਿਹੜੀਆਂ ਕੁੜੀਆਂ 2 ਸਨ ਉਹਨਾਂ ਦੇ ਮਾਮੂ ਆਏ ਨੇ, ਉਹਨਾਂ ਦੀਆਂ ਭੈਣਾਂ ਦੂਸਰੀਆਂ ਵੀ ਆਈਆਂ ਨੇ, 5 ਭੈਣਾਂ ਨੇ। ਅੱਛਾ। ਤੇ ਉਹ ਬੱਚੇ ਨੂੰ ਲੈ ਗਈਆਂ ਜ਼ਬਰਦਸਤੀ, ਫਿਰ ਖਿੱਚ ਤਰੂ ਕੇ। ਕਿਹਨਾਂ ਕੋਲੋਂ? ਤੁਹਾਡੇ ਕੋਲੋਂ? ਨਹੀਂ, ਉਹ ਪਹਿਲੇ ਹੀ ਸਾਡੇ ਕੋਲ ਲੈ ਗਏ ਸੀ, ਅਸੀਂ ਤੇ ਲੱਗੇ ਸਾਂ ਆਪਣੇ ਜੋ ਸਾਡਾ ਵਾਕਿਆ ਹੋਇਆ ਸੀ ਉਸੇ ਚ ਹੀ ਗਮ ਚ ਪਰੇਸ਼ਾਨ ਸਾਂ। ਫਿਰ ਮੈਂ ਤੇ ਥਾਣੇ ਵੀ ਗਈ ਸਾਂ, ਮੈਨੂੰ ਨਹੀਂ ਕੀ ਪਤਾ ਕਿ ਕੀ ਹਿਸਾਬ ਸੀ, ਤੇ ਲੇਕਿਨ ਜਿਸ ਵਕਤ ਬੱਚੀ ਨੂੰ ਦਫਨਾਇਆ ਹੈ ਨਾ ਸੀ, ਉਸ ਬਾਅਦ ਲੋਕਾਂ ਨੇ ਕਿਹਾ ਕਿ ਉਹ ਬੱਚਾ ਲੈ ਕੇ ਚੱਲੀਆਂ ਜੇ। ਲੋਕ ਉਹਨਾਂ ਦੇ ਪਿੱਛੇ ਭੱਜੇ ਨੇ, ਉਹਨਾਂ ਨੇ ਖਿੱਚੇ ਧਰੂਈ ਬੱਚੇ ਨੂੰ ਕੀਤੀ ਉਸ ਟਾਈਮ। ਉਹ ਲੋਕਾਂ ਨੇ ਦੱਸਿਆ ਕਿ ਉਹ ਉਸ ਟਾਈਮ ਬੱਚੇ ਦਾ ਗਲਾ ਦਬਾਉਂਦੀਆਂ ਸੀ ਬੜੇ ਜ਼ੋਰ ਨਾਲ। ਅੱਛਾ। ਕਿ ਅਗਰ ਉਹ ਨਹੀਂ ਹੁਣ ਰਹੀ ਹੈਗੀ ਬੜੀਆਂ ਗਾਲੀ ਗਲੋਚ ਉਹਨੂੰ ਕਰਕੇ ਤੇ ਫਿਰ ਇਹਨੂੰ ਵੀ ਮਾਰ ਦਿੰਨੇ, ਇਹਨੂੰ ਉਹਦੀ ਮਾਂ ਕੋਲ ਭੇਜ ਦਿੰਨੇ। ਫਿਰ ਮੈਂ ਅੱਗੇ ਕਿਹਾ, ਮੈਂ ਕਿਹਾ ਛੱਡੋ, ਅੱਲਾ ਦਾ ਵਾਸਤਾ ਜੇ ਇਹਨੂੰ ਬੱਚਾ ਦੇ ਦਿਓ ਇਹਨਾਂ ਨੂੰ, ਜ਼ਰੂਰ ਇਸ ਬੱਚੇ ਦੀ ਜਾਨ ਨੂੰ ਜ਼ੀਅ ਦਿੰਦੇ ਪਏ ਜੇ। ਤੇ ਮੈਂ ਫਿਰ ਆਪ ਹੀ ਕਿਹਾ ਕਿ ਹਾਲੇ ਰਹਿਣ ਦਿਓ, ਅਗਰ ਹੁਣ ਕੇਸ ਚੱਲਦਾ ਹੈ ਮੈਂ ਪੁਲਿਸ ਦੇ ਜ਼ਰੀਏ ਲੈ ਲਾਂਗੀ ਬੱਚਾ ਅਮਨੋ ਮਾਨ ਨਾਲ। ਉਸ ਟਾਈਮ ਜਿਹੜਾ ਨਾ ਮੈਂ ਇਹੀ ਬਿਹਤਰ ਸਮਝਿਆ ਸੀ। ਤੇ ਪੁਲਿਸ ਨੇ ਮੌਕੇ ਤੋਂ ਫਿਰ ਗ੍ਰਿਫਤਾਰ ਕਰ ਲਿਆ? ਹਾਂਜੀ, ਪੁਲਿਸ ਨੇ ਤਾਂ ਗ੍ਰਿਫਤਾਰ ਕਰ ਲਿਆ, ਲੇਕਿਨ ਹੁਣ ਪੁਲਿਸ ਵਾਲੇ ਗੱਲ ਕਿਉਂ ਨਹੀਂ ਫਿਰ ਸੁਣਦੇ ਪਏ ਸਾਡੀ? ਅਸੀਂ ਕਿੱਥੇ ਜਾ ਕੇ ਹੁਣ ਦੱਸੋ ਅਪੀਲ ਕਰੀਏ? ਪੁਲਿਸ ਵਾਲੇ ਗੱਲ ਹੀ ਨਹੀਂ ਸੁਣਦੇ ਪਏ, ਉਹ ਕਹਿੰਦੇ ਨੇ ਨਹੀਂ ਜੀ ਇਸ ਤਰ੍ਹਾਂ ਹੈ, ਇਸ ਤਰ੍ਹਾਂ ਹੈ, ਕਿਸ ਤਰ੍ਹਾਂ ਹੈ, ਬਸ ਉਹ ਇਹੀ ਹੱਲੇ ਗੱਲਾਂ ਕਰਨ ਦੇ। ਕਿਸ ਤਰ੍ਹਾਂ ਹੈ ਮਤਲਬ? ਖੁਦਕੁਸ਼ੀ ਹੈ ਪੁਲਿਸ ਵਾਲੇ ਕਹਿੰਦੇ? ਪੁਲਿਸ ਵਾਲੇ ਪਤਾ ਨਹੀਂ, ਮਰਦ ਹਜ਼ਰਾਤ ਜਾਣਦੇ ਨੇ, ਉਹ ਜਾਣ ਕੇ ਜਿਸ ਤਰ੍ਹਾਂ ਸਾਨੂੰ ਦੱਸਦੇ ਨੇ, ਸਾਨੂੰ ਤੇ ਇਹੀ ਪਤਾ। ਤੇ ਫਿਰ ਇਹੀ ਹੈ ਕਿ ਫਿਰ ਮੈਂ ਥਾਣੇ ਜਾ ਕੇ ਆਪਣੇ ਆਪ ਨੂੰ ਅੱਗ ਲਾ ਲੈਂਦੀ ਹਾਂ, ਉੱਥੇ ਰੋਣੀ ਪਿੱਟਣੀ ਉਹਨਾਂ ਦੀ ਜਾਨ ਨੂੰ ਕਿ ਮੈਨੂੰ ਤਾਂ ਫਿਰ ਇਨਸਾਫ ਦੇਵੋ ਤੁਸੀਂ। ਅਗਰ ਇਹਨਾਂ ਨੂੰ ਛੱਡ ਦਿੱਤੇ ਤਾਂ ਮੈਂ ਤਾਂ ਯਕੀਨ ਨਾ ਮੈਂ ਇਸ ਤਰ੍ਹਾਂ ਹੀ ਕਰਨਾ। ਹੁਣ ਮੇਰੀਆਂ ਦੂਸਰੀਆਂ ਵੀ ਬੱਚੀਆਂ ਨੇ, ਮੈਂ ਕਿਸ ਤਰ੍ਹਾਂ ਇਸ ਮਹੱਲੇ 'ਚ ਕੌਣ ਕਰੇਗਾ ਇਹਨਾਂ ਦੇ ਨਾਲ, ਬੱਚਿਆਂ ਦੇ ਨਾਲ, ਜੋ ਸਾਡੀ ਬੱਚੀ ਨਾਲ ਵਾਕਿਆ ਹੋ ਗਿਆ। ਆਂਡਾ ਕਿੰਨੀਆਂ ਕੁ ਬੱਚੀਆਂ ਇਸ ਤਰ੍ਹਾਂ ਸੂਲੀ ਚੜਨਗੀਆਂ। ਮੈਂ ਤਾਂ ਜਾ ਕੇ ਤੇ ਹੁਣ ਉੱਥੇ ਥਾਣੇ 'ਚ ਅੱਗ ਲਾਣੀ ਜੇ ਆਪਣੇ ਆਪ ਨੂੰ। ਅਗਰ ਉਹਨਾਂ ਨੇ ਮੁਲਜ਼ਮਾਂ ਛੱਡਿਆ ਨਾ ਤੇ ਮੈਂ ਆਪਣੇ ਆਪ ਨੂੰ ਥਾਣੇ ਜਾ ਕੇ ਅੱਗ ਲਾ ਲੈਣੀ। ਮੈਂ ਇਹੀ ਇਨਸਾਫ ਚਾਹਨੀ ਹਾਂ ਤੁਹਾਡੇ ਕੋਲ। ਘੁੰਮਣ ਅੱਗੇ ਤੇ ਅਸੀਂ ਉਸ ਦਿਨ ਦੀ ਕਿੰਨੀ ਅਪੀਲ ਕੀਤੀ ਹੈ, ਫਿਰ ਕਰਨੇ ਆ, ਖੁਦਾਰਾ ਸਾਡੀ ਅਪੀਲ ਸੁਣੋ। ਇਹ ਵੇਖੋ ਹੱਥ ਵੱਜੇ ਜੇ ਤੁਹਾਡੇ ਅੱਗੇ, ਤੁਹਾਨੂੰ ਖੁਦਾ ਦਾ ਵਾਸਤਾ ਜੇ ਸਾਡਾ ਕੋਈ ਇਨਸਾਫ ਕਰ ਲਵੋ, ਨਹੀਂ ਤੇ ਫਿਰ ਇੱਕ ਹੋਰ ਜਾਨ ਜਾਏਗੀ। ਹੁਣ ਤਾਂ ਹੁਣ ਥਾਣੇ ਦੇ ਸਾਹਮਣੇ ਜਾਏਗੀ ਬਿਲਕੁਲ। ਮੈਂ ਤੇ ਇਹੀ ਕਹਿਣਾ ਹੁਣ ਬਸ। ਉਸ ਦਿਨ ਮੈਂ ਜਿੰਨਾ ਕਰ ਚੁੱਕੀ ਹਾਂ ਨਾ, ਮੈਂ ਮੈਂਟਲੀ ਤੌਰ ਤੇ ਮੈਨੂੰ ਬਹੁਤ ਅਜ਼ੀਅਤ ਹੋਈ ਹੈ ਬੱਚੀ ਨੂੰ ਵੇਖ ਕੇ, ਤੇ ਜਿਹੜੀ ਮੈਨੂੰ ਰਾਤ ਦਿਨ ਨਹੀਂ ਭੁੱਲਦੀ ਪਈ। ਉਸ ਤੋਂ ਇਲਾਵਾ ਵੀ ਮੈਂ ਜਿਹੜੀ ਅਜ਼ੀਅਤ ਹੁਣ ਗੁਜ਼ਰਨੀ ਪਈ ਹੈ ਮੇਰੇ को, ਹੁਣ तो मुझे इंसाफ मिलेगा तो मुझे सुकून मिलेगा। नाज़रीन, ये ज़ैनब नामी लड़की की वालदा का मुतालबा है कि उन्हें इंसाफ फराहम किया जाए। उनका कहना है कि पुलिस इस केस में बिल्कुल तामुन करती हुई दिखाई नहीं दे रही और उन्हें खदशा है कि पुलिस मुल्ज़मान के साथ साजबाज कर चुकी है और उन्हें छोड़ देगी। जिस तरह से ये मुबैना खुद जो है ससुरालियों के तशद्दुद की वजह से हलाकत हुई नब की, उस पर जो है वो पुलिस भी तफ्तीश जारी रखे हुए। मजीद जो रिश्तेदार हैं, अजीज़ व क़ारिब हैं, उन्हीं की ज़ुबानी जानते हैं कि असल में माजरा हुआ क्या था। ज़ैनब की मुबैना तौर पर ससुरालियों के हाथ तशद्दुद के बाद कत्ल की वारदात, मोहल्लेदार इसमें क्या कहते हैं उन्हीं की जुबानी जानते हैं कि असल में ये खुदकुशी है या कत्ल की वारदात।
नाजरीन, बात हो रही है जैनब के मुबैना तौर पर कत्ल के हवाले से, और ये वो घर है जहां पर जैनब जो है उसके रिहाइश पजीर है, और बिल्कुल साथ वाला घर जहां पर जैनब की शादी हुई थी, और वो कोई और घर नहीं बल्कि उसी के अपने चचा का घर था जो वफात पा चुके थे, और उनके बेटे के साथ उसकी शादी 2.5 साल कबल हुई। और उस शादी के बाद इनका जो मुतासरीन का कहना है, उनका ये कहना है कि लड़ाई झगड़ा जो है वो होता चला गया, और अक्सर औकात ससुराली जो थे वो जैनब को तशद्दुद भी करते थे। हमारे साथ मोहल्लेदारों की एक बड़ी तादाद जो है वो मौजूद है, उन्हीं की जुबानी जानते हैं कि असल में ये माजरा है क्या और उन्होंने क्या देखा क्या सुना, उनसे जानते हैं। जी, हमारे साथ कुछ खवातीन मौजूद हैं, पहले उनसे बात करेंगे। बाजी की वाकया होया, कैसे पता लगा तुहानू? भाई मैंने ना 2:05 ने मेरे बेटे ने जाके दसा आंटी गुल्लू की ना बीवी फां लैके फौत हो गई है। अच्छा। मैं उस वक्त आई हाँ, मैं आन के देखा जैसे आप देख रहे हैं इस तरह मैंने देखन रही है, मेरे हाथ इस तरह अखा उत्ते रख दिता है, अखा तो रखनी पर हाथ ठंडी हुई है। मैं बाजी ने गाला कड्डन लग पई हूं, गालियां देन लग पई। मैं बाजी ने की कीता कि तू ठंडी या हुई है 15-20 मिनट च इन्नी ठंडी हो गई जो आधा घंटा ला लिया, बिल्कुल ठंडी सी। जो महल्ले दी औरत ने गले तो लाया दुपट्टा तो गला च अलहदा, मैं चीखा मारन लग मैं बाजी दी गर्दन कटी हुई है ते अन्य नहीं फांसी आई है। मैं फांसी ना जुबान बाहर आंदी है, जुबान नहीं बाहर आई है दी ते मुंह बिल्कुल बंद है, अखां खुलियां, अखां बंद कर दी रही, अखां नहीं बंद हुई मेरे को। बाद विच मैं पीछे डिग गई हां, मैं बाजी दे गल पैंदी रही हां, गालियां करदी रही हां, लेकिन बाजी कोल खड़ी रही, ओदा बेटा केड़ी वाली? बाजी शकीला सास। अच्छा, सास कोल खड़ी रही है, ओदा बेटा ओदा खामंद बड़ा हो के खड़ा देखदा रहा, वो नहीं बोलिया उस वक्त, कोई नहीं जवाब दिया। उन्हें मैं पूछती रही, उन्हें कोई जवाब नहीं दिता, कोई बात भी नहीं की, लेकिन ओदियां बेटियां सीढ़ियां चढ़ के उत्ते बैठियां रहियां नंदा जे लेंदन लत्तां कीतियां होईयां बच्ची दियां, इधर ओदा सिर कीता होया ते बच्ची उस तरह अखां खुलियां ते लेटी हुई, लेकिन वो अद्धे घंटे या 15 मिनटां दा वाकया नहीं सी है। देखिया उन्हें पुछदे, उन्हें कहा मैनूं कुरान च कालम ये कर लो वो कर लो। भाई ने मैं कहा मैं इन्हां चुकी मंजी सियासी साइड ते लैंदी, जो असां गुसल दिता है, लेकिन वो बच्ची गुसल देने दे काबिल नहीं सी रह गई। मलाया भी होया सी, असां सिर तां चुक के ते फटे ते पाल लगे, ओदे नक दा खून, कन्नां च खून सारे ही। जदों फिर असां कपड़े पहना दे, कपड़े पाउण लगे, मैं खुद कपड़े पाए ने, जो मैं देखिया ओदे गुसल तो बाद तुसी पुलिस ਨੂੰ ਇਤਲਾ ਦਿੱਤੀ? नहीं सब तो पहले जो ਅਸੀਂ ਆਪਣੇ ਘਰ ਮੰਜੀ ਲੈ ਆਏ ਉਸ ਵਕਤ ਇਤਲਾ ਦੇਤੀ ਪੁਲਿਸ ਨੇ, ਫਿਰ ਪੁਲਿਸ ਲੈ ਗਈ, ਇਹ ਰਾਤ ਰਹੀ ਹੈ ਹਸਪੀਟਲ, ਅਸੀਂ ਸਵੇਰ ਜੋ ਲੈ ਕੇ ਆਇਆ, ਉਸ ਤੋਂ ਬਾਅਦ ਗੁੱਸਾ ਦਿੱਤਾ। ਤੁਸੀਂ ਜੋ ਦੇਖਿਆ ਤੁਹਾਨੂੰ ਇੰਜ ਲੱਗਦਾ ਹੈ ਕਿ ਕਤਲ ਕੀਤਾ ਗਿਆ ਹੈ, ਖੁਦਕੁਸ਼ੀ ਨਹੀਂ ਕੀਤੀ? ਖੁਦਕੁਸ਼ੀ ਨਹੀਂ ਹੈ, ਉਹ ਕਤਲ ਹੈ, ਸਾਫ਼ ਕਤਲ ਹੈ। ਉਹਦਾ ਹੱਥ ਤੇ ਤਾਰਾ ਲੱਗੀਆਂ ਹੋਈਆਂ ਕਦੀਆਂ, ਇਸ ਹੱਥ ਦੇ ਨਾਲ ਇਸਤਰੀ ਲੱਗੀ ਹੋਈ ਸੀ, ਬਾਜੂ ਦੇ ਬੰਨੇ ਸੀ, ਨੀਲ ਪਏ ਸੀ, ਇਹਨਾਂ ਜਗ੍ਹਾ ਤੇ ਕਿਸੇ ਚੀਜ਼ ਨੇ ਦਬਾਇਆ ਜਾਂ ਕੋਈ ਬੈਠਾ ਹੈ ਜਾਂ ਹੱਥਾਂ ਨਾਲ ਦਬਾਈ ਰੱਖਿਆ, ਬੱਚੇ ਨੂੰ ਲਟਾ ਕੇ ਉਹਨੂੰ फांसी दी जी, उन पंखे नाल लटाया गया। तुसी समझदार पखियां नाल लटाया जाए तो ओदी गर्दन लंबी होनी सी, ओदी गर्दन साडे वांगू सी, ओदी गर्दन बिल्कुल इन्नी कि जिन्नी ओदी गर्दन सी। लेकिन उन्हां दी वालदा ने ते पक्के नाल लटकिया देखिया, वो तो लटकिया देखिया ना, लेकिन ओदे पांव बेड दे उत्ते सी, ਇੰਨੀ ਵੀ ਨਹੀਂ ਸੁੱਤੇ। ਉਹ ਟੇਬਲ ਕਿੱਥੇ ਹੈ ਜਿਹੜਾ ਪਿੱਛੇ ਸੁੱਟਿਆ? ਟੇਬਲ ਹੋਣਾ ਚਾਹੀਦਾ, ਕੋਈ ਚੀਜ਼ ਹੋਣੀ ਚਾਹੀਦੀ। ਉਹਨਾਂ ਦੀ ਛੱਤ ਵੀ ਇੰਨੀ ਨਹੀਂ ਵੀ, ਉਹਦੇ ਪੈਰ ਬੈਠ ਦੇ ਨਾਲ ਲੱਗੇ ਹੋਏ ਨੇ, ਹੱਥ ਦੋਵੇਂ ਬੰਨੇ। ਅਗਰ ਮੈਂ ਫਾਂਸੀ ਲਾਂਗੀ ਤੇ ਮੈਂ ਜ਼ਾਹਿਰ ਹੱਥ ਖੋਲਣਗੇ ਤੇ ਮੈਂ ਫਾਂਸੀ ਲੈਣੀ ਹੈ ਨਾ। ਹੱਥ ਬੰਦੇ ਤੁਸੀਂ ਵੀ ਦੋਵੇਂ ਬੰਦੇ ਨੇ, ਦੋਨੇ ਹੱਥ ਬੰਨੇ ਹੋਏ ਨੇ, ਦੁਪੱਟੇ ਨਾਲ ਹੱਥ ਬੰਨੇ, ਹੱਥ ਕਿਵੇਂ ਉਹਦੇ ਖੁੱਲ ਗਏ ਨੇ? ਇਹ ਦੱਸੋ ਬਾਅਦ ਚ ਉਹਦੇ ਬੇਟੇ ਨੇ ਮਾਫੀਆਂ ਕਿਉਂ ਬਾਜੀ ਕੋ ਮੰਗੀਆਂ ਨੇ? ਉਹਨੇ ਜੁਰਮ ਕੀਤਾ ਤੇ ਮਾਫੀਆਂ ਮੰਗ ਰਹੇ। ਉਹਦੀਆਂ ਭੈਣਾਂ ਨੇ, ਉਹਦੀਆਂ ਨਾਲ ਭੈਣਾਂ ਸ਼ਾਮਲ ਨੇ। ਜਦੋਂ ਅਸੀਂ ਵੀ ਗਏ, ਉਹਦੀ ਇੱਕ ਭੈਣ ਨੂੰ ਪਸੀਨਾ ਹੀ ਆਈ ਜਾਂਦਾ, ਇਹ ਪਸੀਨੀ ਹੋਈ ਜਾਂਦੀ, ਉਹ ਕਿੱਥੇ ਲੋਕੇ ਛੁਪੀ ਹੋਈ ਸੀ। ਅਗਰ ਦੂਸਰਾ ਲਾਕ ਹੁੰਦਾ ਤੇ ਚੁਟਕੀ ਨਾ ਲਗਾਉਂਦੀ ਬੱਚੀ, ਚੁਟਕੀ ਕਿਉਂ ਨਹੀਂ ਸੀ ਲਗਾਈ ਉਹਨੇ? ਉਹ ਕਿਸ ਤਰ੍ਹਾਂ ਦਾ ਲੋਕ ਸੀ? ਲੋਕ ਦੂਸਰਾ ਗੇੜਾ ਦੂਸਰਾ ਲਾ ਕੇ ਬਾਹਰ ਚੈਨਾ ਵਾਲਾ ਲੋਕ ਚਾਬੀ ਲੋ, ਚਾਬੀ ਉਹਦੇ ਕੋਲ, ਚਾਬੀ ਨਹੀਂ ਲਾਈ। ਅੰਦਰੋਂ ਵੀ ਕੁੰਡੀ ਲੱਗੀ ਸੀ? ਨਹੀਂ, ਅੰਦਰੋਂ ਨਹੀਂ ਕੁੰਡੀ ਲੱਗੀ, ਦੂਸਰਾ ਲਾਕ ਸੀ, ਚਾਬੀ ਨਹੀਂ ਲਾਈ, ਲਾਕ ਖੋਲ ਕੇ ਦਿਖਾਵਾ ਵੀ ਅਸੀਂ ਲਾਕ ਤੋੜਿਆ। ਇੱਕ ਉਹਦੀ ਭੈਣ ਨਹੀਂ ਸੀ ਹੈ, ਅਸੀਂ ਵੀ ਗਏ, ਉਹਦੀ ਇੱਕ ਭੈਣ ਨਹੀਂ ਸੀ ਹੈ, ਉਹ ਕਿੱਥੇ ਗਈ ਹੋਈ ਸੀ? ਪਸੀਨਾ ਆਇਆ ਸੀ, ਉੱਪਰ ਹੋ ਗਏ, ਉੱਪਰ ਕਦੀ ਥੱਲੇ, ਉਹ ਦੂਸਰੀ ਬੱਚੀ ਕਿੱਥੋਂ ਆਈ ਸੀ? ਸਾਡੇ ਖਿਆਲ ਚੋਂ ਬੱਚੀ ਅੰਦਰ ਕਮਰੇ 'ਚ ਸੀ ਲੁਕੀ ਹੋਈ। ਜਦੋਂ ਇਕੱਠੇ ਹੋਏ ਨੇ, ਅੰਮੀ ਉਹਦੀ ਨੇ ਸ਼ੋਰ ਪਾਇਆ ਬੱਚੀ ਦੇ ਨਾਲ, ਉਹ ਸਾਰੇ ਦਰਵਾਜ਼ੇ ਤੋਂ ਪਿੱਛੇ ਨਿਕਲ ਕੇ ਅੱਗੇ ਆ ਗਈ। ਲੇਕਿਨ ਜਦੋਂ ਬਾਜੀ ਗਈ, ਉਹ ਵੀ ਕਹਿੰਦੀ ਹੈ, ਅਸੀਂ ਵੀ ਕਹਿੰਦੇ ਹਾਂ, ਲੇਕਿਨ ਇੱਕ ਉਹਦੀ ਬੱਚੀ ਨੂੰ ਉਸ ਘਰ 'ਚ 4 ਫਰਦ ਹੋਣੇ ਚਾਹੀਦੇ, 3 ਕਿਉਂ ਸਨ? ਅੱਛਾ ਬਾਜੀ, ਤੁਸੀਂ ਕੀ ਵੇਖਿਆ? ਮੇਰਾ ਤਾਂ ਵੈਸੇ ਇਹਦਾ ਤਲਕ ਸਿਰਫ ਦੋਸਤਾਨਾ, ਭਾਬੀ ਵੀ ਸੀ ਇਸ ਤਰ੍ਹਾਂ ਕਾਫੀ ਘਰ ਦੇ ਮਸਾਇਲ ਦੇ ਵਿੱਚ ਮੇਰੀ ਪਹਿਲੇ ਨੂੰ ਬੇਟੀ ਆਪਣੀ ਬਹੂ ਨੂੰ ਤਲਾਕ ਦਿੱਤੀ, ਉਹਦੇ ਵਿੱਚ ਵੀ ਆਈ ਸੀ, ਸੁਲਾ ਚ ਤਲਾਕ ਚ ਵੀ ਆਈ, ਤੇ ਫਿਰ ਇਹਦੀ ਬੇਟੀ ਘਰ ਆ ਕੇ ਬੈਠੀ ਤਾਂ ਵੀ ਅਸੀਂ ਆਪਣਾ ਦੀ 16 ਸਾਲਾ ਕਰਾ ਕੇ ਮੇਰੇ ਬੇਟੇ ਨੂੰ ਘਰ ਭੇਜਿਆ। ਹੁਣ ਇਹਦੀ ਵੀ ਨਾਰਾਜ਼ਗੀ ਚ ਮੈਂ ਇੱਕ ਦਫਾ ਆਈ ਹਾਂ, ਬੱਚੀ ਦੀ ਨਾਰਾਜ਼ਗੀ ਚ ਇਹਨਾਂ ਨੇ ਮੈਨੂੰ ਫੋਨ ਕੀਤਾ, ਮੈਂ ਘਰੋਂ ਆਈ ਹਾਂ
मैं क्या की है कहने लगी कि ना बस मैं बड़ी परेशान हाँ। मैं क्या किस गल तो ए बीवी नूं लैके चला जाता है, मेरे को बर्दाश्त नहीं होता, इस तरह जो मावां जिस तरह करदियां ने। मैं फिर समझाया मैं क्या चलो बशकीला को नहीं तो इस तरह नहीं करीदा होंदा, बच्ची है छोटी। लेकिन उस तो बाद मैं नहीं देखा क्योंकि ਇਹਦੇ ਅਲਫਾਜ਼ ਇਹ ਸਨ ਕਿ ਮੈਂ ਆਪਣੀ ਬਹੂ ਲਿਆਂਦੀ ਤੇ ਇਹਦੇ ਅਲਫਾਜ਼ ਇਹ ਸਨ ਕਿ ਮੈਂ ਤੇ ਆਪਣੀ ਬਹੂ ਕੋਲ ਇੰਨਾ ਕੰਮ ਕਰਾਨੀ ਆ। ਤੁਸੀਂ ਉਹ ਮੁਕਦਮਾ ਸ਼ਕੀਲਾ ਦੀ ਗੱਲ ਕਰ ਰਹੇ ਹੋ? ਹਾਂਜੀ ਅੱਛਾ। ਤੇ ਮੈਂ ਤੂੰ ਤੇ ਉਹਨੂੰ ਖੁਦ ਜੁੱਤੀ ਸਾਫ਼ ਕਰਕੇ ਦੇਂਦੇ ਹੀ। ਫਿਰ ਮੇਰੀ ਬੱਚੀਆਂ ਨੇ ਨਾ ਮੈਨੂੰ ਰੋਕ ਦਿੱਤਾ, ਕਹਿਣ ਲੱਗੀ ਕਿ ਜ਼ਾਹਿਰ ਹੈ ਬੰਦਾ ਗੱਲਾਂ ਚ ਆ ਕੇ ਆਪਣੇ ਘਰ ਦਾ ਮਾਹੌਲ ਖਰਾਬ ਕਰ ਦਿੰਦਾ। ਫਿਰ ਮੈਂ ਉਹ ਕੁਛ ਅਰਸੇ ਤੱਕ ਨਹੀਂ ਆਈ, ਬਿਲਕੁਲ ਨਹੀਂ ਆਈ। ਲੇਕਿਨ ਮੰਗਲ ਵਾਲੇ ਦਿਨ ਇੱਥੇ ਬਾਹਰ ਹੀ ਮੂੜਾ ਡਾਲ ਕੇ ਬੈਠ ਜਾਂਦੀ ਸੀ ਤੇ ਮੈਂ ਦੁਕਾਨ ਤੋਂ ਸੌਦਾ ਲੈਣ ਆਈ ਹਾਂ ਤੇ ਬੈਠੀ ਹੈ ਤੇ ਕੋਈ ਗੱਲ ਨਹੀਂ ਕੀਤੀ, ਮੈਂ ਚਲੀ ਗਈ ਘਰ। ਲੇਕਿਨ ਜਦੋਂ ਸ਼ੋਰ ਸ਼ਰਾਬਾ ਹੋਇਆ ਮੈਂ ਆਈ ਹਾਂ, ਬੈਠੀ ਸੀ ਤੇ ਮੈਂ ਕਹਿ ਕੀ ਕੀਤਾ ਤੇ ਮੈਨੂੰ ਕਹਿੰਦੀ ਹੈ ਹਾਂ ਤੂੰ ਵੀ ਕਹਿ ਲੈ, ਸਾਰੀ ਦੁਨੀਆ ਕਹਿੰਦੀ ਤੂੰ ਵੀ ਕਹਿ ਲੈ। ਮੈਂ ਕਿਹਾ ਤੂੰ ਕੀਤਾ ਕਿਉਂਕਿ ਮੈਂ ਤੈਨੂੰ ਮੈਂ ਜਾਣਦੀ ਹਾਂ। ਤੇ ਕਹਿੰਦੀ ਲੜਕਾ ਇੰਜ ਕਰਕੇ ਇੰਜ ਖੜਾ ਸੀ, ਉਹਨੇ ਮੈਨੂੰ ਲੜਕੀ ਕਹਿੰਦੀ ਜਾ ਕੁਰਾਨ ਸ਼ਰੀਫ ਲਿਆ ਮੇਰੇ ਸਿਰ ਤੇ ਰੱਖ ਲੈ ਤੂੰ। ਮੈਂ ਕਿਹਾ ਕੁਰਾਨ ਸ਼ਰੀਫ ਇੱਕ ਸਾਈਡ ਤੇ ਨਾ ਦੇ ਬੜਾ ਕੀ ਕਹਿੰਦੇ ਸੀ ਵੈਸੇ ਕਿ ਖੁਦਕੁਸ਼ੀ ਕੀਤੀ? ਕਹਿੰਦੀ ਸੀ ਕਿ ਮੈਂ ਬੱਚੇ ਦਾ 10 ਜਿਹੜਾ ਸੀ ਮੁੰਨਿਆ ਸੀ। ਕਹਿਣ ਲੱਗੀ ਕਿ ਜੀ ਇਹ ਮੈਂ ਬੱਚੇ ਉਹ ਦੋਵੇਂ ਮੀਆਂ ਵੀ ਬੈਠ ਕੇ ਨਾ ਤੇ ਸਿਰ ਮੁੰਦੇ ਸੀ ਪਰ ਬੱਚੇ ਦਾ ਤੇ ਇੱਕਦਮ ਉੱਪਰ ਗਈ ਹੈ ਤੇ ਅਸੀਂ ਵੇਖਿਆ ਤੇ ਉਹਨੂੰ ਖਾ ਲਿਆ। ਤੇ ਗੱਲ ਵੀ ਕੋਈ ਨਹੀਂ? ਗੱਲ ਵੀ ਕੋਈ ਨਹੀਂ। ਕਹਿੰਦੀ ਮੈਂ ਕੋਈ ਲੜਾਈ ਕੀਤੀ ਨਹੀਂ, ਕੋਈ ਗੱਲ ਨਹੀਂ। ਬੱਚੀ ਕੋਲ ਮੈਂ ਕਿਹਾ ਆਰਾਮ ਨਾਲ ਬੈਠ ਜਾ। ਮੈਂ ਕਿਹਾ ਇੱਥੇ ਬੈਠ ਜਾ, ਕੁਰਾਨ ਪਾਕ ਨਾਲ ਲੈਣ ਜਾ। ਮੈਂ ਕਿਹਾ ਮੈਂ ਕੁਛ ਕਰ, ਕਹਿੰਦੀ ਕੁਛ ਕਰ। ਮੈਂ ਕਿਹਾ ਮੈਂ ਕੀ ਕਰ ਸਕਦੀ ਹਾਂ, ਇੰਨੀ ਆਵਾਮ ਨੇ ਹਰ ਚੀਜ਼ ਦੇਖੀ, ਮੈਂ ਕਿ ਇੱਥੇ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦੀ। ਬਸ ਇੰਨਾ ਮੈਂ ਉਸ ਤੋਂ ਬਾਅਦ ਨਹੀਂ ਬੁਲਾਇਆ। ਬੁਆ ਜੀ ਤੁਸੀਂ ਕੋਈ ਗੱਲ? लेकिन जो गुस्सा सारा दिता हो गया याद है। हाँ जी, जब पता चला तो गए उधर, तो हमारा आना जाना ही नहीं था ना। तो हम बस इधर इनके घर ही गए, लड़की वालों के घर ही गए हैं। ये मेरे देवर का घर भी है, तो मेरे देवर की बेटी थी और इधर हम गए हैं। तो उधर जाके हमें सारे मामला का पता चला है ये वाकया कैसे हुआ, ये कैसे नहीं हुआ, क्योंकि हमने इनके घर आना जाना नहीं, हमें पता ही नहीं था ये इनके साथ कैसा बिहेव कर रहे हैं कैसे नहीं कर रहे हैं। तो जब इसकी शादी होने लगी थी तो हमें पता चला था, तो इन्होंने रिश्ता मांगा तो हमने इनको मना किया था, अपनी देवरानी को, देवर को मैंने मना किया था कि इनको रिश्ता ना देना, ये अच्छे लोग नहीं है। तो उन्होंने कहा था नहीं वो बहुत ज्यादा बदल गई है, कोई बात नहीं है। उन्होंने ये सोचा कि चलो कोई बात नहीं, बेटी हमारे साथ इधर रहेगी, हमारा आना जाना लगा रहेगा, चलो हमारा सारा बन जाएगी। क्या लगता है आपको क्या हुआ है? मर्डर किया है उन्होंने? लड़की ऐसी नहीं थी। हाँ हमें यही लगता है कि उन्होंने खुद ही मर्डर किया है। हाँ जी। अच्छा आप माजी ਤੁਸੀਂ ਦੱਸੋ? मैं बता के दसना, मैं तो नानी है, मैं हुणे जलो मोड़ रही हूं। मैं तो जो फिर वाकया होया बाद ਵਿੱਚ ਸਾਨੂੰ ਸੁਣਾ ਮਿਲਿਆ ਤੇ ਅਸੀਂ ਆਏ ਆ। ਤੇ ਬੱਚੀ ਬਹੁਤ ਅੱਛੀ ਸੀ, ਇਹ ਬਹੁਤ ਨਿਜ਼ਾਮ ਲਾਉਂਦੀ ਰਹੀ ਹੈ ਬੱਚੀ ਦੇ ਉੱਤੇ, ਮੇਰੀ ਗਲਤੀ ਨਾਲ ਚੱਲਦੀ ਰਹੀ ਹੈ। ਅਸੀਂ ਆਉਂਦੇ ਰਹੇ, ਕਦੀ ਆਉਂਦੇ ਰਹੇ, ਇੱਕ ਦੋ ਦਫਾ ਆਏ ਆ, ਟੁੱਟੇ ਗਏ ਆ। ਤੇ ਉਹ ਬੱਚੀ ਕੰਮ ਹੀ ਕਰਦੀ ਰਹੀ ਹੈ, ਬੱਚਾ ਛੋਟਾ ਜਿੰਨਾ ਹੈਗਾ ਸੀ ਉਹਨੂੰ ਕੰਮ ਕਰ ਕਰਕੇ ਵਿਚਾਰੀ ਉਹਨੇ ਬੱਚੇ ਨੂੰ ਆਪ ਫੜ ਲੈਂਦੀ ਸੀ ਤੇ ਉਹ ਤੋਂ ਕੰਮ ਹੀ ਕਰਾਉਣੀ ਨਹੀਂ ਸੀ, ਉਹਨੂੰ ਤੈਨੂੰ ਫੜਨੀ ਨਹੀਂ ਸੀ ਦਿੰਦੀ, ਜੇ ਇੱਧਰ ਆ ਜਾਂਦੀ ਸੀ ਤਾਂ ਵੀ ਉਹ ਰੱਖਦੀ ਸੀ। ਜਦੋਂ ਸੁਆ ਵਾਸਤੇ ਇਸ਼ਨ ਹੈ ਦਿਖਾ ਹਾਂਜੀ ਤੇ ਬੱਚੀ ਸਿਰਫ ਹਸਰਤ ਨਾਲ ਮੇਰੇ ਚਿਹਰੇ ਦੇਖੀ ਜਾਂਦੀ ਸੀ। ਮੈਂ ਉਹਨੂੰ ਲਫ਼ਜ਼ ਕਿਹਾ ਕਿ ਮੈਨੂੰ ਬੇਟਾ ਤੂੰ ਵੀ ਦੱਸ ਨਾ, ਦੱਸ ਤੂੰ ਵੀ ਦੱਸ। ਕਹਿੰਦੀ ਨਹੀਂ ਪੁੱਪੋ ਕੁਛ ਨਹੀਂ। मैं कहा तू मेरे को, लेकिन ਉਹਦੀ ਅੱਖਾਂ ਕੁਝ ਦੱਸਣਾ ਚਾਹੁੰਦੀਆਂ ਸਨ ਲੇਕਿਨ ਦੱਸ ਨਹੀਂ ਪਾਉਂਦੀਆਂ ਸਨ ਕਿਉਂਕਿ ਬੜੀ ਤੇਜ਼ੀ ਨਾਲ ਮੈਨੂੰ ਗੁਫ਼ਤਗੂ ਕਰਕੇ ਨਾ ਤੇ ਹੱਲ ਕਰਦੀ ਸੀ, ਕਹਿਣ ਮੈਨੂੰ ਇਸ ਤਰ੍ਹਾਂ ਕਹਿੰਦੀ, ਮੈਨੂੰ ਇਸ ਤਰ੍ਹਾਂ, ਲੇਕਿਨ ਬੱਚੀ ਕੋਈ ਦੱਸਦੀ ਨਹੀਂ ਸੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟਾ ਆਪ ਵੀ ਬਤਾਓ। कहती नहीं पुप्पो कुछ नहीं। इस्त्री इन्ना मैंने थोड़ा पता लगा कि उस बच्ची ने क्या कि पक्खा बंद करके ते मेरे को गैस वाली इस्त्री ना सारे घर के कपड़े करांदी, 3 दिन रोटी नहीं सी देंदी। उस बच्ची ने मैंने सीढ़ियां उतरदे उतरदे थोड़ा जिहा मेरे नाल गुफ्तगू कीती है कि मैंने बहुत जुल्म करदी है, एक दिन टाइम रोटी देंदी है, 3 टाइम नहीं देंदी। लेकिन मैं गल्लां गल्लां च उन्हें कहंदी सी लेकिन वो मानदी नहीं सी इस गल नूं। बात हो रही है मोहल्लेदारों से ज़ैनब के कत्ल के हवाले से। ख़वातीन की बात तो हम जान चुके हैं, अब मर्द हजरात की जानिब रुख करते हैं, उन्हीं से जानते हैं कि तुसी लगदे हो इन्हां दे। अस्सलाम वालेकुम। वालेकुम सलाम। मेरा घर साथ है, मैं हमसाए हो? अच्छा की होया है? मामलात कुछ ऐसे हुए हैं कि मैं 2007 में शिफ्ट हुआ था। अच्छा वैसे नहीं, मैं बेसिकली इसी मोहल्ले की पैदाइश है मेरी, लेकिन इनका करीबी तब हुआ 2007 में। जब मैं आया तो इस घर की पूरी फैमिली का एक मैटर चल रहा था, थोड़ा सा जायदाद का। ठीक है, वो बात तो 2007 की हो गई, ये 2.5 साल पहले शादी हो गई। झगड़े की बात बुनियाद ऐसे ही चलती रही ना, इनके घर में झगड़े चलते ही रहे हैं। किनके घर? इन्हीं के घर आपस में, ये आपस में बोलते भी नहीं थे। अच्छा ठीक है, इनकी सुलह जब हुई है ना, वो जब उम्रा करने गए तब हुई है, यानी कि शादी से तकरीबन कोई 2 साल 8 माह पहले बात है। ठीक है, सुलह तभी हुई है। तब लड़के की पहली शादी हुई, उस शादी पे डिवोर्स दे दिया उसने। उसके बाद इनके घर आए,
सुलह वगैरह की, जो भी मैंने समाज की उनको कायल किया रिश्ते के लिए। रिश्ते के बाद अक्सर उनका झगड़े की बात अमूमन रास्ते से गुजरते थे, आती जाती रहती थी। अब कत्ल हुआ है कि खुदकुशी की है? ये कत्ल ही हुआ है। अच्छा, कैसे पता लगा? ये पता ऐसे ही चला है कि लड़की बेसिकली हमारे सामने ही पैदाइश हुई है, हमारे सामने जवान हुई है, ठीक है, लेकिन लड़की की जो आदत है, जो हालात का मुकाबला कर सकती थी, क्योंकि वो अपने बच्चे के बगैर रह नहीं सकती, और कौन सी माँ है जो बच्चे को छोड़ के फांसी ले ले, वो हालात का मुकाबला करने वाली औरत थी, ये हमें मालूम है। तो फिर क्या देखा क्या उस दिन आपने? देखा बस यही है, जब ये नीचे लेके आए हैं ना, तो लड़की के गले में जो कट लगा हुआ है वो साइड का हुआ है, फंदे वाला कट लग ही मेरा में। ये तो जो मेडिकल रिपोर्ट आई है ना, डेड हाउस इसका एक दमाद लगा हुआ है, उसकी और मेरी मुंह मारी उधर भी हुई है, क्योंकि उसने फाइल तफ्तीशी से पकड़ी है और डेड हाउस अंदर लेके गया है। जब मुझे पता चला है ना, तो मैंने उस लड़के से बोला है कि तुम इधर क्या कर रहे हो, हमारे काम में मुदाखलत मत करो। ये रिपोर्ट भी अगर जो गलत साबित हुई है तो उसी की वजह से हुई है, और जो तफ्तीशी बात नहीं सुन रहा। गलत रिपोर्ट क्या आई है? गलत वो यही कह रहे हैं कि उनकी फेवर में आई है, लेकिन रिपोर्ट में ये वाज़ेह लिखा है कि मौत फंदे से हुई है, बजाय लटकना नहीं लिखा, फंदे से हुई है और दबाव डाल के हुई है। अब फंदे से दबाव नहीं डाला जा सकता, दबाव इसी चीज का होता है कि किसी चीज को ऐसे गिरा डाल के ना खींचा जाए, दबाव इसी चीज का होता है। रिपोर्ट में यही लिखा है, और जो स्केच बना है उसका भी वो साइड पे लगा हुआ है। तो तफ्तीशी हजरात जो है वो तो बात ही नहीं करने देते ना। वो ऐसा है कि मजलूम वो बने हुए हैं और जालिम हम बने हुए हैं, जिनकी बेटी खो चुकी है। हम सब जालिम बन चुके हैं और वो मजलूम है कि मोहल्लेदार भी जो है ना वो भी जालिम बन चुके हैं, इन्हीं के साथ हैं। हम मजलूम है, हमारी कोई भी नहीं होता, यानी कि मुलजम जो है वो मजलूम बन चुके हैं और जो मजलूम है वो जालिम बन चुके हैं। तो गिरफ्तार तो वो हैं? गिरफ्तार तो हुए हैं, लेकिन थाने में वो ऐसे रह रहे हैं जैसे उनको कोई पता ही नहीं है। कभी हवाला से बाहर आ जाते हैं, कभी अंदर चले जाते हैं, थाने में ऐसे जैसे पार्किंग में फिर रहे हैं वो। आपको ऐसा लगता है? लगता नहीं है, यकीन के साथ वगैरह दी है कोई? जाहिर है यही बात है, रिश्वत वगैरह दी है, पैसे का काम है, ये गरीब लोग हैं, वो जरा पैसे वाला है। सही है। अच्छा, आप भाई इधर आइएगा, क्या नाम है आपका? जी मेरा निजाम। जी जी। क्या ये वाकया आपने क्या इसे देखा, किस तरह से? ये तो बात बताएं इसमें। अहम बात तो यही है कि जो सर मोहल्लेदार को सबको पता है कि ये जो ना ये खुदकुशी नहीं है, खुदकुशी नहीं, कत्ल है, ये कत्ल है, और हमें इंसाफ चाहिए बस। सही सही सही। आप कितने अरसे से रह रहे हैं? हम इधर से शुरू से रह रहे हैं, शुरू से रहने वाले हैं। सही सही। नाज़रीन, ये अहले इलाका है, ख़वातीन की भी बात सुनी, जो मर्द हज़रात हैं उनका भी यही कहना है कि ज़ैनब को कत्ल किया गया है और पुलिस ने मुकम्मल तौर पर जो है वो साज़बाज कर रखी है मुल्ज़मान के साथ। पुलिस की जानिब से पहले मुकदमा तो दर्ज कर लिया गया ज़ैनब के शौहर और उसकी सास शकीला बीबी के खिलाफ, लेकिन बाद अज़ा जो है वो मुकदमा दर्ज करने के बाद पुलिस ने अब जो मुल्ज़मान की फेवर करना शुरू कर दी है, जिस पर ये अहले इलाका सरापा एहतजाज भी हैं और इनका आला हुकाम से मुतालबा है कि इस पर सख्त से सख्त नोटिस लेते हुए मुल्ज़मान को करार वाक़या सजा भी दिलवाई जाए और इसकी तफ्तीश जो है वो मेरिट पर करवाई जाए। ज़ैनब ने खुदकुशी की या उसे कत्ल किया गया, पुलिस की तफ्तीशी टीमें अभी खोज लगाने में मसरूफ हैं। दूसरी जानिब मकतूला के अहले खाना कहते हैं कि पुलिस ने मुल्ज़मान के साथ साज़बाज कर रखी है। उन्होंने आला हुकाम से इंसाफ का मुतालबा भी किया है। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह ने के बाद।